ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਮੈਂ ਰਾਣਾ ਹਰਸਿਮਰਨਜੀਤ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਤੁਹਾਡਾ ਆਪਣਾ ਪ੍ਰੋਗਰਾਮ ਲੋਕਾਂ ਦੀ ਕਚਹਿਰੀ ਲੈ ਕੇ ਤੁਹਾਡੇ ਸਨਮੁਖ ਹਾਜ਼ਰ ਹਾਂ ਜੀ। ਤਾਂ ਹਰ ਵਾਰ ਦੀ ਤਰ੍ਹਾਂ ਆਪਾਂ ਵੱਖ-ਵੱਖ ਵਿਸ਼ਿਆਂ ਦੇ ਉੱਤੇ, ਵੱਖ-ਵੱਖ ਰੁਝਾਨਾਂ ਦੇ ਉੱਤੇ ਚਰਚਾ ਕਰਦੇ ਹਾਂ, ਜਿਹੜੇ ਸਾਡੇ ਸਮਾਜਿਕ ਤੌਰ ਤੇ ਸਾਡੇ ਸਮਾਜ ਨਾਲ ਜੁੜੇ ਹੁੰਦੇ ਨੇ, ਸਾਡੀ ਨਿੱਜੀ ਜ਼ਿੰਦਗੀ ਤੇ ਜੀਵਨ ਨਾਲ ਜੁੜੇ ਹੁੰਦੇ ਨੇ। ਤਾਂ ਪਿਛਲੇ 2 ਹਫ਼ਤਿਆਂ ਤੋਂ ਆਪਾਂ ਇੱਕ ਸਾਂਝੇ ਮੁੱਦੇ ਦੇ ਇੱਕ ਟੌਪਿਕ ਦੇ ਉੱਤੇ ਜੋ ਸਾਡੀ ਜੀਵਨ ਹੋਂਦ ਤੇ ਜਾਂਚ ਦੇ ਨਾਲ ਜੁੜਿਆ ਹੋਇਆ ਸਾਡਾ ਵਾਤਾਵਰਨ, ਸਾਡੀ ਕੁਦਰਤ, ਉਸ ਉੱਤੇ ਆਪਾਂ ਪ੍ਰੋਗਰਾਮ ਕਰ ਰਹੇ ਸੀਗੇ। ਉਸੇ ਲੜੀ ਦੇ ਤਹਿਤ ਆਪਾਂ ਆਪਣਾ ਤੀਜਾ ਪ੍ਰੋਗਰਾਮ ਅੱਜ ਤੁਹਾਡੇ ਸਾਹਮਣੇ ਲੈ ਕੇ ਆਏ ਹਾਂ, ਜਿਹੜਾ ਸੰਬੰਧਿਤ ਹੈ ਸਾਡੀ ਧਰਤੀ ਦੇ ਨਾਲ, ਸਾਡੀ ਮਿੱਟੀ ਦੇ ਨਾਲ ਤੇ ਸਾਡੀ ਖੇਤੀਬਾੜੀ ਦੇ ਨਾਲ। ਤੇ ਇਸ ਵਿਸ਼ੇ ਦੇ ਉੱਤੇ ਚਰਚਾ ਕਰਨ ਦੇ ਨਾਲ ਸਾਡੇ ਨਾਲ ਮੌਜੂਦ ਨੇ ਸਰਦਾਰ ਸੁਖਦੇਵ ਸਿੰਘ ਜੀ ਤੇ ਮਲਕੀਤ ਸਿੰਘ ਬਸੰਤਕੋਟ ਜੀ, ਜਿਹੜੇ ਖੇਤੀਬਾੜੀ ਮਾਹਰ ਨੇ। ਤੇ ਇਹ ਸਾਡੇ ਨਾਲ ਅੱਜ ਖੇਤੀਬਾੜੀ ਦੇ ਵਿਸ਼ਿਆਂ ਦੇ ਉੱਤੇ, ਖੇਤੀਬਾੜੀ ਦਾ ਜੋ ਪ੍ਰਬੰਧ ਹੈ ਉਸ ਬਾਰੇ, ਤੇ ਜੋ ਸਾਡੇ ਵਾਤਾਵਰਨ ਦੇ ਨਾਲ ਇੱਕ ਰਿਸ਼ਤਾ ਹੈ ਸਾਡੀ ਧਰਤੀ ਦਾ, ਸਾਡੀ ਖੇਤੀਬਾੜੀ ਦਾ, ਜੋ ਇੱਕ ਮਨੁੱਖੀ ਕੁਝ ਰੁਝਾਨਾਂ ਕਰਕੇ ਉਸ ਤਾਣੇ ਬਾਣੇ ਦੇ ਵਿੱਚ ਥੋੜੀ ਡਿਸਟਰਬੈਂਸ ਆਈ ਹੈ, ਤਾਂ ਕਿੱਦਾਂ ਉਹ ਸਾਡੇ ਵਾਤਾਵਰਨ ਨੂੰ ਪ੍ਰਭਾਵਿਤ ਕਰ ਰਿਹਾ ਹੈ, ਤਾਂ ਉਸ ਬਾਬਤ ਚਰਚਾ ਕਰਾਂਗੇ। ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਸੁਖਦੇਵ ਸਿੰਘ ਜੀ ਤੇ ਮਲਕੀਤ ਸਿੰਘ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਸਾਡੇ ਰੇਡੀਓ ਸਪਾਈਸ ਤੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਸਮਾਂ ਦਿੱਤਾ ਤੇ ਆਪਾਂ ਇਸ ਵਿਸ਼ੇ ਦੇ ਉੱਤੇ ਚਰਚਾ ਕਰ ਰਹੇ ਹਾਂ। ਤਾਂ ਸਭ ਤੋਂ ਪਹਿਲਾਂ ਮੈਂ ਇਸ ਗੱਲ ਤੋਂ ਹੀ ਆਪਾਂ ਸ਼ੁਰੂ ਕਰਦੇ ਹਾਂ ਜੀ। ਤਾਂ ਮੈਂ ਮਲਕੀਤ ਸਿੰਘ ਜੀ ਤੋਂ ਸ਼ੁਰੂ ਕਰਦਾ। ਤਾਂ ਮਲਕੀਤ ਸਿੰਘ ਜੀ, ਮੈਂ ਤੁਹਾਨੂੰ ਸਭ ਤੋਂ ਪਹਿਲਾਂ ਆਪਾਂ ਆਪਣੀ ਆਡੀਅנס ਨਾਲ ਇੱਥੋਂ ਹੀ ਸਾਂਝ ਪਾਉਣੀ ਸ਼ੁਰੂ ਕਰਦੇ ਹਾਂ। ਕਿਸੇ ਸਮੇਂ ਪੰਜਾਬ ਦਾ ਜੋ ਕਿਸਾਨ ਸੀ, ਜੋ ਸਾਡਾ, ਉਸਨੂੰ ਬੜਾ ਖੁਸ਼ਹਾਲ ਗਿਣਿਆ ਜਾਂਦਾ ਸੀ। ਜਿਹੜਾ ਖੇਤੀਬਾੜੀ ਸੀ ਉਹਨੂੰ ਬੜਾ ਲਾਹੇਵੰਦ ਜਿਹੜਾ ਧੰਦਾ ਸੀਗਾ ਉਹ ਮੰਨਿਆ ਵੀ ਜਾਂਦਾ ਸੀਗਾ, ਤੇ ਉਹ ਹੈ ਵੀ ਸੀਗਾ। ਤਾਂ ਇਸ ਚੀਜ਼ ਦੇ ਵਿੱਚ ਦਿਨ ਪ੍ਰਤੀ ਦਿਨ ਜੋ ਪੁਰਾਣੇ ਸਮਿਆਂ ਤੋਂ ਚੱਲ ਕੇ ਅੱਜ ਦੇ ਜੋ ਖੇਤੀਬਾੜੀ ਦੇ ਹਾਲਾਤ ਨੇ, ਮੈਨੂੰ ਲੱਗਦਾ ਕੁਝ ਸੁਖਾਵੇਂ ਆ ਜਿਹੜੇ ਉਹ ਨਹੀਂ ਰਹੇ, ਕਿਉਂਕਿ ਬੜੇ ਵੱਡੇ ਲੈਵਲ ਤੇ ਕੁਝ ਇਸ਼ੂਜ਼ ਨੇ ਜਿਹੜੇ ਕ੍ਰੀਏਟ ਹੋਏ। ਜਿਵੇਂ ਅਸੀਂ ਪਿੱਛੇ ਹੀ ਕਿਸਾਨੀ ਅੰਦੋਲਨ ਵੀ ਬੜਾ ਲੰਬਾ ਸੰਘਰਸ਼ ਲੜ ਕੇ ਜੋ ਬਿੱਲ ਸੀਗੇ ਉਹ ਮਾਫ ਕਰਵਾਏ। ਤਾਂ ਉਸ ਤੋਂ ਬਾਅਦ ਇੱਕ ਆਮ ਇੱਕ ਇਨਸਾਨ ਵੀ ਆਪਣੇ ਘਰ ਦੇ ਵਿੱਚ, ਜਿਵੇਂ ਆਪਾਂ ਖੁਦਕੁਸ਼ੀਆਂ ਦੀਆਂ ਗੱਲਾਂ ਸੁਣਦੇ ਹਾਂ, ਤਾਂ ਬੜਾ ਹੀ ਪ੍ਰਭਾਵਿਤ ਹੈ। ਤਾਂ ਮੈਨੂੰ ਤੁਸੀਂ ਪਲੀਜ਼ ਇਸ ਬਾਰੇ ਸ਼ੁਰੂਆਤ ਤੋਂ ਚਰਚਾ ਕਰਿਓ ਵੀ ਸਾਡਾ ਖੇਤੀਬਾੜੀ ਢਾਂਚਾ ਜਦੋਂ ਖੁਸ਼ਹਾਲ ਸੀ ਤਾਂ ਉਸ ਦੇ ਵਿੱਚ ਕੀ ਕੀ ਇਦਾਂ ਦਾ ਡਿਸਟਰਬੈਂਸ ਲਾ ਲਓ ਜਾਂ ਚੇਂਜਸ ਆਏ, ਜੋ ਅੱਜ ਸਾਡੀ ਖੇਤੀਬਾੜੀ ਹੈ ਅੱਜ ਦੇ ਹਾਲਾਤਾਂ ਤੱਕ ਹੈ ਜਿਹੜੀ ਉਹ ਪਹੁੰਚ ਚੁੱਕੀ ਹੈ। ਤਾਂ ਜ਼ਰੂਰ ਜੀ ਇਸ ਬਾਰੇ ਸਾਨੂੰ ਜ਼ਰੂਰ ਦੱਸਿਓ। ਹਾਂਜੀ, ਇਹਦੇ ਵਿੱਚ ਸਭ ਤੋਂ ਪਹਿਲਾਂ ਜਿਹੜੀ ਆਪਾਂ ਨੂੰ ਚੀਜ਼ ਜਿਹੜੀ ਸਮਝਣ ਦੀ ਲੋੜ ਆ, ਹਨਾ, ਆਪਾਂ ਨੂੰ ਜੜ ਪਛਾਣਨ ਦੀ ਲੋੜ ਹੈ ਕਿ ਜੜ ਪਈ ਅਸਲ 'ਚ ਕਿੱਥੇ। ਸੋ ਇਹ ਜਿੰਨਾ ਜਿਹੜਾ ਜਿਹੜੀ ਸਮੱਸਿਆ ਜਿਹੜੀ ਆਪਣੇ ਸਾਹਮਣੇ ਆਈ ਆ, ਇਹਦੀ ਜੜ ਜਿਹੜੀ ਹੈ ਪੂਰੀ ਗ੍ਰੀਨ ਐਵੋਲਿਊਸ਼ਨ ਦੇ ਵਿੱਚ, ਹਰੀ ਕ੍ਰਾਂਤੀ ਦੇ ਵਿੱਚ ਪਈ ਹੋਈ ਹੈ। ਸੋ ਹਰੀ ਕ੍ਰਾਂਤੀ ਜਦੋਂ 1960 ਦੇ ਵਿੱਚ ਆਉਂਦੀ ਆ ਨਾ, ਜੇ ਆਪਾਂ ਡਾਟਾ ਵੀ ਦੇਖਦੇ ਹਾਂ, ਅਕੋਰਡਿੰਗ ਟੂ ਡਾਟਾ ਵੀ ਦੇਖਦੇ ਹਾਂ, ਤੇ 1960 ਦੇ ਤਕਰੀਬਨ ਜੋ ਕ੍ਰੌਪ ਡਾਇਵਰਸੀਫਿਕੇਸ਼ਨ ਹੀ ਉਹ ਵਧੀਆ, ਅੱਜ ਨਾਲੋਂ ਬੈਟਰ ਸੀਗੀ, ਹੈ ਨਾ। ਜਿਹਦੇ ਵਿੱਚ ਜੇ ਆਪਾਂ ਗੱਲ ਕਰੀਏ ਝੋਨੇ ਦੀ, ਤੇ ਝੋਨਾ ਸਿਰਫ 4% ਲੱਗਦਾ ਸੀਗਾ, ਤੇ ਅੱਜ ਜੇ ਤੁਸੀਂ ਦੇਖੋ ਤੇ ਪੰਜਾਬ ਦੇ ਵਿੱਚ ਝੋਨਾ ਜਿਹੜਾ ਉਹ 76% ਲੱਗ ਰਿਹਾ। ਤੇ ਉਸੇ ਤਰੀਕੇ ਨਾਲ ਜੇ ਆਪਾਂ ਦਾਲਾਂ ਦੀ ਪਰਸੈਂਟੇਜ ਵੇਖੀਏ, 19% ਦਾਲਾਂ ਉਦੋਂ ਲੱਗਦੀਆਂ ਸੀ, ਤੇ ਅੱਜ ਉਹ 0.6% ਰਹਿ ਗਈ, ਮਤਲਬ ਅੱਧਾ % ਹੀ ਰਹਿ ਗਈ। ਸੋ ਜਿਹੜੀ ਉਹਦੇ ਨਾਲ ਜਿਹੜਾ ਸਭ ਤੋਂ ਜ਼ਿਆਦਾ ਜਿਹੜਾ ਓਵਰ ਫੋਕਸਡ ਆਪਾਂ ਹੋ ਗਏ ਸਿਰਫ ਝੋਨੇ ਤੇ ਕਣਕ ਦੇ ਉੱਤੇ। ਸੋ ਉਹਦਾ ਇੱਕ ਜਿਹੜਾ ਆਪਣੇ ਮਾਹਰਾਂ ਵੱਲੋਂ ਵੀ ਮੰਨਿਆ ਜਾਂਦਾ, ਉਹ ਇੱਕ ਪੋਲੀਟੀਕਲ ਰੀਜ਼ਨ ਵੀ ਬਹੁਤ ਵੱਡਾ ਸੀਗਾ ਉਸ ਸਮੇਂ ਦਾ। 1960 ਦੇ ਵਿੱਚ ਜੋ ਜੀਓ ਪੋਲੀਟੀਕਲ ਹਾਲਾਤ ਸੀਗੇ, ਉਹ ਹਾਲਾਤ ਇਸ ਤਰੀਕੇ ਦੇ ਸੀਗੇ ਕਿ ਜਿਵੇਂ 1971 ਦੀ ਉਸ ਤੋਂ ਬਾਅਦ ਜੰਗ ਵੀ ਹੋਈ, ਜਾਂ 1961-62 ਦੀ ਚਾਈਨਾ ਦੇ ਨਾਲ ਵੀ ਜੋ ਜੰਗਾਂ ਹੋਈਆਂ। ਸੋ ਉਹਦੇ ਵਿੱਚ ਕੋਈ ਵੀ ਜਿਹੜਾ ਦੇਸ਼ ਆ, ਜੇ ਉਹ ਸਸਟੇਨੇਬਲ ਰਹਿਣਾ ਚਾਹੁੰਦਾ ਤੇ ਉਹਦੇ ਕੋਲ ਫੂਡ ਆਪਣਾ ਹੋਣਾ ਚਾਹੀਦਾ। ਸੋ ਉਸ ਸਮੇਂ ਦੇ ਜਿਹੜੇ ਹਾਲਾਤ ਇਹ ਸੀ ਕਿ ਜਿੰਨੀ ਵੀ ਕਣਕ ਦੀ ਇੰਡੀਆ ਜਿਹੜਾ ਸੀਗਾ ਉਹ ਇੰਪੋਰਟ ਕਰਾਉਂਦਾ ਸੀਗਾ। ਸੋ ਇੰਡੀਆ ਦੇ ਸਾਹਮਣੇ ਸਭ ਤੋਂ ਵੱਡਾ ਚੈਲੰਜ ਇਹ ਸੀਗਾ ਕਿ ਕਿਸੇ ਤਰੀਕੇ ਨਾਲ ਜਿਹੜਾ ਕਣਕ ਆ, ਜਿਹੜਾ ਅਨਾਜ ਆ, ਅਸੀਂ ਖੁਦ ਪੈਦਾ ਆਪ ਕਰੀਏ। ਸੋ ਇਸ ਵਾਸਤੇ ਪੰਜਾਬ ਨੂੰ ਚੁਣਿਆ ਗਿਆ। ਉਹਦਾ ਇੱਕ ਇਹ ਰੀਜ਼ਨ ਸੀਗਾ ਗ੍ਰੀਨ ਰੈਵੋਲਿਊਸ਼ਨ ਦਾ। ਇੱਕ ਉਹਦਾ ਇਹ ਵੀ ਰੀਜ਼ਨ ਸੀਗਾ ਕਿ ਆਪਣੇ ਲੋਕ ਮਿਹਨਤੀ ਨੇ, ਉਹ ਕਿਸੇ ਵੀ ਤਰ੍ਹਾਂ ਦੀ ਹਾਰਡ ਜਿਹੜੀ ਮਿਹਨਤ ਉਹ ਕਰ ਸਕਦੇ ਆ। ਦੂਸਰੇ ਨੰਬਰ ਦਾ ਰੀਜ਼ਨ ਇੱਕ ਜੀਓਪੋਲੀਟੀਕਲ ਰੀਜ਼ਨ ਮੰਨਿਆ ਜਾਂਦਾ, ਉਹ ਸੀਗਾ ਅਮਰੀਕਾ ਦਾ।
ਸੋ ਉਸ ਸਮੇਂ 60s ਦੇ ਵਿੱਚ ਜਿਹੜੀ ਮਾਰਕਸਿਸਟ ਰੈਵੋਲੂਸ਼ਨ ਵੱਧ ਰਹੀ ਸੀਗੀ ਪੂਰੇ ਵਰਲਡ ਦੇ ਵਿੱਚ ਹੀ। ਸੋ ਜੇਕਰ ਉਹ ਰੈਵੋਲੂਸ਼ਨ ਪੰਜਾਬ ਦੇ ਵਿੱਚ ਉੱਠਦੀ ਸੀਗੀ ਤੇ ਉਹਦਾ ਖਾਮਿਆਜ਼ਾ ਜਿਹੜਾ ਉਹ ਸਾਰਿਆਂ ਨੂੰ ਭੁਗਤਣਾ ਪੈਣਾ ਸੀ। ਸੋ ਇਸ ਗੱਲ ਤੋਂ ਉਸ ਸਮੇਂ ਅਮਰੀਕਾ ਵੀ ਭਲੀ ਭਾਂਤੀ ਜਾਣੂ ਸੀਗਾ ਕਿ ਜੇ ਸਾਊਥ ਏਸ਼ੀਆ ਦੇ ਵਿੱਚ ਜੇ ਕੋਈ ਰੈਵੋਲੂਸ਼ਨ ਸਭ ਤੋਂ ਤਗੜਾ ਕਰਵਟ ਬਦਲਦੀ ਆ ਤੇ ਉਹ ਪੰਜਾਬ ਦੀ ਪੋਲਿਟਿਕਸ ਕਰਕੇ ਬਦਲਦੀ, ਇੱਥੋਂ ਦੇ ਲੋਕਾਂ ਕਰਕੇ ਬਦਲਦੀ। ਇਹ ਹੁਣ ਵੀ ਆਪਾਂ ਜਿਹੜੀ ਚੀਜ਼ ਆ ਇਹ ਕਿਸਾਨ ਅੰਦੋਲਨ ਦੇ ਵਿੱਚ ਆਪਾਂ ਇਹ ਚੀਜ਼ ਦੇਖੀ। ਸੋ ਉਹਨਾਂ ਨੇ ਉਸ ਚੀਜ਼ ਨੂੰ ਦਬਾਉਣ ਵਾਸਤੇ ਪੰਜਾਬੀਆਂ ਨੂੰ ਜਾਂ ਇੱਥੋਂ ਦੇ ਜਿਹੜੇ ਸਿੱਖ ਕਮਿਊਨਿਟੀ ਆ ਜਿਹੜੀ ਜ਼ਿਆਦਾ ਜਿਹੜੀ ਕਮਿਊਨਿਟੀ ਰਹਿਣ ਵਾਲੀ ਆ, ਸੋ ਉਹਨਾਂ ਨੂੰ ਪਦਾਰਥਵਾਦ ਵੱਲ ਜੋੜਿਆ। ਸੋ ਇਹ ਚੀਜ਼ ਇੰਡੀਆ ਨੂੰ ਵੀ ਸੂਟ ਕਰਦੀ ਸੀਗੀ। ਸੋ ਇੰਡੀਆ ਵੀ ਇਹ ਕਦੀ ਨਹੀਂ ਚਾਹੁੰਦਾ ਕਿ ਪੰਜਾਬ ਜਿਹੜਾ ਉਹ ਇਸ ਤਰੀਕੇ ਨਾਲ ਇੰਨਾ ਕੁ ਖੁਸ਼ਹਾਲ ਹੋ ਜੇ, ਕਿਉਂਕਿ ਜੇ ਜ਼ਿਆਦਾ ਖੁਸ਼ਹਾਲ ਹੋਏਗਾ ਤੇ ਵੱਖਰੀ ਮੰਗ ਜ਼ਰੂਰ ਕਰੇਗਾ। ਸੋ ਇਹ 3 ਰੀਜ਼ਨ ਸੀਗੇ। ਇੱਕ ਇੰਡੀਆ ਦਾ ਇੰਟਰਨਲ ਪੋਲਿਟਿਕਸ ਦਾ ਰੀਜ਼ਨ ਸੀਗਾ, ਇੱਕ ਜੀਓਪੋਲੀਟੀਕਲ ਰੀਜ਼ਨ ਸੀਗਾ, ਤੇ ਇੱਕ ਜਿਹੜਾ ਸੀਗਾ ਉਹ ਇੰਡੀਆ ਦੀ ਡਿਪੈਂਡੈਂਸੀ ਸੀਗੀ ਕਿ ਕਿਵੇਂ ਇਹ ਜਿਹੜੀ ਬਾਹਰਲੇ ਦੇਸ਼ਾਂ ਨਾਲ ਜਿਹੜੀ ਡਿਪੈਂਡੈਂਸੀ ਆ ਉਹ ਖਤਮ ਕੀਤੀ ਜਾਵੇ। ਜਿਸ ਤਰੀਕੇ ਨਾਲ ਆਪਾਂ ਇੱਕ ਸੋਸ਼ਲ ਮੀਡੀਆ ਦੇ ਇੱਕ ਫੋਟੋ ਵੀ ਬਹੁਤ ਵਾਇਰਲ ਹੁੰਦੀ ਦੇਖੀ ਜਦੋਂ ਆਪਣਾ ਕਿਸਾਨ ਅੰਦੋਲਨ ਸੀਗਾ ਕਿ ਉਹਦੇ ਵਿੱਚ ਗੋਰੇ ਗੋਰੀਆਂ ਜਿਹੜਾ ਕਣਕ ਇਕੱਠੀ ਕਰਨ ਵਾਸਤੇ ਇੱਕ ਉਹਨਾਂ ਬੋਰਡ ਲਾਇਆ ਹੋਇਆ ਕਿ ਡੋਨੇਟ ਵੀਟ ਟੂ ਇੰਡੀਆ। ਸੋ ਉਸ ਸਮੇਂ ਇਸ ਤਰੀਕੇ ਦੇ ਸਾਡੇ ਹਾਲਾਤ ਸੀਗੇ। ਸੋ ਉਸ ਚੀਜ਼ ਨੇ ਕਿਵੇਂ ਆਪਾਂ ਨੂੰ ਚੇਂਜ ਕੀਤਾ 1960 ਤੋਂ ਬਾਅਦ, ਉਹ ਆਪਾਂ ਜੇ ਕੋਈ ਨਾਰਮਲ ਕੋਈ ਵੀ ਅੰਕੜਾ ਲੈ ਲਈਏ ਜੋ ਪੰਜਾਬ ਸਰਕਾਰ ਛਾਪਦੀ ਹੈ ਨਾ, ਉਹ ਬੜੇ ਸਿੰਪਲੀ ਆਪਾਂ ਨੂੰ ਸਮਝ ਲੱਗ ਜਾਏਗੀ ਕਿ ਸਾਨੂੰ ਓਵਰ ਫੋਕਸਡ ਕੀਤਾ ਗਿਆ ਆਪਣੇ ਲਾਹੇ ਵਾਸਤੇ। ਪਰ ਇੱਥੋਂ ਦਾ ਈਕੋਸਿਸਟਮ, ਇੱਥੋਂ ਦੇ ਲੋਕਾਂ ਬਾਰੇ ਜਾਂ ਇੱਥੋਂ ਦੀ ਕ੍ਰੌਪ ਡਾਇਵਰਸੀਫਿਕੇਸ਼ਨ ਬਾਰੇ ਉਹਦੇ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ। ਈਵਨ ਕਿ ਟਿਲ ਆਪਾਂ 2022 ਦੇ ਵਿੱਚ ਆ, ਅਜੇ ਵੀ ਕੋਈ ਧਿਆਨ ਨਹੀਂ। ਉਵੇਂ ਪਾਣੀਆਂ ਦੀ ਲੁੱਟ ਹੋ ਰਹੀ ਆ, ਉਸੇ ਤਰੀਕੇ ਨਾਲ ਮਿੱਟੀ ਦੀ ਐਕਸਪਲੋਇਟੇਸ਼ਨ ਹੋ ਰਹੀ ਆ, ਉਸੇ ਤਰੀਕੇ ਨਾਲ ਗਰਾਊਂਡ ਵਾਟਰ ਦੀ ਹੱਦੋਂ ਵੱਧ ਜਿਹੜੀ ਉਹ ਦੁਰਵਰਤੋਂ ਜਿਹੜੀ ਕਰਵਾਈ ਜਾ ਰਹੀ ਹੈ ਕਿਸਾਨਾਂ ਕੋਲੋਂ, ਕਿਉਂਕਿ ਕਿਸਾਨ ਕੋਈ ਸ਼ੌਂਕ ਨਾਲ ਝੋਨਾ ਨਹੀਂ ਲਾ ਰਹੇ, ਉਹਨਾਂ ਦੇ ਸਾਹਮਣੇ ਬਹੁਤ ਸਾਰੀਆਂ ਦਿੱਕਤਾਂ ਨੇ। ਸੋ ਇਸ ਦੇ 3 ਮੁੱਖ ਕਾਰਨ ਸੀਗੇ ਜੋ ਗ੍ਰੀਨ ਰੈਵੋਲੂਸ਼ਨ ਆਉਣੀ। ਇਹਦੇ ਵਿੱਚ ਇੱਕ ਬਹੁਤ ਇੰਪੋਰਟੈਂਟ ਪੁਆਇੰਟ ਹੈਗਾ ਕਿ ਕੋਈ ਵੀ ਕੰਟਰੀ ਜਿਹੜੀ ਆ ਉਹ ਆਪਣੀ ਕਦੀ ਵੀ ਟੈਕਨੋਲੋਜੀ ਸ਼ੇਅਰ ਨਹੀਂ ਕਰਦੀ। ਸੋ ਇੱਥੇ 1960 ਦੇ ਵਿੱਚ ਜਦੋਂ ਗ੍ਰੀਨ ਰੈਵੋਲੂਸ਼ਨ ਆਉਂਦੀ ਹੈ ਤੇ ਅਮਰੀਕਾ ਆਪਣੀ ਟੈਕਨੋਲੋਜੀ ਸ਼ੇਅਰ ਕਰਦਾ, ਉਹ ਹਾਈਬ੍ਰਿਡ ਬੀਜ ਦਿੰਦਾ ਵਾ ਜਾਂ ਹੋਰ ਮਸ਼ੀਨਰੀਆਂ ਦਿੰਦਾ ਵਾ। ਸੋ ਜਿਵੇਂ ਫੋਰ ਐਗਜ਼ਾਮਪਲ ਮੰਨ ਲਓ ਰਸ਼ੀਆ ਕੋਲ ਇੰਡੀਆ ਹਥਿਆਰ ਮੰਗਵਾਉਂਦਾ ਵਾ ਨਾ, ਤੇ ਉਹ ਉਹਨਾਂ ਕੋਲ ਹਥਿਆਰ ਹੀ ਮੰਗਵਾਉਂਦਾ, ਉਹਨਾਂ ਕੋਲ ਟੈਕਨੋਲੋਜੀ ਨਹੀਂ ਲੈਂਦਾ ਜਾਂ ਕਿਵੇਂ ਬਣਾਉਣਾ ਇਹ ਨਹੀਂ ਉਹ ਦੱਸਦਾ। ਸੋ ਇਹ ਇੱਕ ਬਹੁਤ ਵੱਡੀ ਇੱਕ ਸੋਚਣ ਦਾ ਵਿਸ਼ਾ ਵੀ ਆ ਕਿ ਕਿਉਂ ਮਤਲਬ ਜਿਹੜਾ ਪੰਜਾਬ ਨੂੰ ਇਹ ਗ੍ਰੀਨ ਰੈਵੋਲੂਸ਼ਨ ਦੇ ਵਿੱਚ ਧੱਕਿਆ ਗਿਆ, ਬਾਵਜੂਦ ਇਸ ਦੇ ਕਿ ਇਹਦੇ ਸੀਰੀਅਸ ਇੰਪਲੀਕੇਸ਼ਨ ਕੀ ਸੀਗੀਆਂ ਹਨ, ਪਰ ਫਿਰ ਵੀ ਆਪਾਂ ਨੂੰ ਮਜਬੂਰ ਕੀਤਾ ਗਿਆ ਇੱਧਰ ਨੂੰ। ਜੀ, ਤੇ ਬਹੁਤ ਵਧੀਆ ਤੁਸੀਂ ਜਿਹੜੇ ਪੋਲੀਟੀਕਲ ਸਾਈਡ ਤੋਂ ਜਿਹੜੀ ਤੁਸੀਂ ਇਹ ਗੱਲ ਕੀਤੀ ਆ, ਬਿਲਕੁਲ ਇਹ ਚੀਜ਼ ਦੇ ਬੜੇ ਹੀ ਸਾਡੇ ਕੋਲ ਪੁਖਤਾ ਜੋ ਇਨਫੋਰਮੇਸ਼ਨ ਹੈ, ਜੋ ਸਬੂਤ ਵੀ ਮਿਲਦੇ ਨੇ ਵੀ ਕਿੱਦਾਂ ਜੋ ਪੰਜਾਬ ਦੀ ਖੇਤੀ ਨੂੰ ਜਾਣ ਬੁੱਝ ਕੇ ਜਾਂ ਉਹਦੀ ਲੈਂਡ ਨੂੰ ਯੂਜ਼ ਕਰਕੇ ਡਿਵਰਟ ਕੀਤਾ ਗਿਆ। ਤਾਂ ਮੈਂ ਚੱਲਦਾ ਸੁਖਦੇਵ ਸਿੰਘ ਜੀ ਉਹਨਾਂ ਵੱਲ। ਤਾਂ ਸੁਖਦੇਵ ਸਿੰਘ ਜੀ ਤੁਸੀਂ ਜ਼ਰੂਰ ਦੱਸਿਓ ਵੀ ਆਪਣੇ ਵਿਚਾਰ ਜ਼ਰੂਰ ਦਿਓ, ਕਿਉਂਕਿ ਆਪਾਂ ਮੇਨ ਫੋਕਸ ਪਹਿਲਾਂ ਆਪਾਂ ਖੇਤੀਬਾੜੀ ਦੇ ਨਾਲ ਨਾਲ ਆਪਣੀ ਧਰਤੀ ਦੀ ਵੀ ਗੱਲ ਕਰਾਂਗੇ। ਤਾਂ ਖੇਤੀਬਾੜੀ ਇੱਕ ਖੁਸ਼ਹਾਲ ਧੰਦੇ ਤੋਂ ਬਾਅਦ ਅੱਜ ਕਿਸਾਨਾਂ ਦੀਆਂ ਖੁਦਕੁਸ਼ੀਆਂ ਤੱਕ ਪਹੁੰਚਣ ਦੇ ਕੀ ਕਾਰਨ ਰਹੇ ਆ? ਕੀ ਤੁਸੀਂ ਕੀ ਸੋਚਦੇ ਹੋ ਵੀ ਇਹ ਇਸ ਹੱਦ ਤੱਕ ਗੱਲ ਕਿਵੇਂ ਪਹੁੰਚੀ? ਅਸੀਂ ਜਦੋਂ ਮਤਲਬ ਬਚਪਨ ਤੋਂ ਇਹ ਸੁਣਦੇ ਆਏ ਕਿ ਸਾਡੇ ਬਜ਼ੁਰਗ ਕਹਿੰਦੇ ਹੁੰਦੇ ਸੀ ਕਿ ਉੱਤਮ ਖੇਤੀ, ਮੱਧਮ ਵਪਾਰ ਤੇ ਨਖਿੱਧ ਚਾਕਰੀ। ਇਹ ਕਹਾਵਤ ਸਾਡੇ ਬਜ਼ੁਰਗਾਂ ਦੀ ਜੀਵਨ ਜਾਂਚ ਦੇ ਵਿੱਚੋਂ ਨਿਕਲੀ ਸੀਗੀ। ਹੁਣ ਖੇਤੀ ਦਾ ਇੱਕ ਧੰਦਾ ਨਾ ਹੋ ਕੇ ਜੀਵਨ ਜਾਂਚ ਸਾਡੀ ਬਜ਼ੁਰਗਾਂ ਦੀ ਤੁਰੀ ਆ ਰਹੀ ਸੀਗੀ। ਜਿਵੇਂ ਹੁਣ ਜਦੋਂ ਇਹ ਹਰੀ ਕ੍ਰਾਂਤੀ ਵਾਲਾ ਸਾਰਾ ਜਿਹੜਾ ਸਿਸਟਮ ਚੱਲਦਾ ਹੈ, ਉਹਦੇ ਜਿਹੜੇ ਪੋਲੀਟੀਕਲ ਰੀਜ਼ਨ ਸੀਗੇ ਉਹ ਬਾਈ ਮਲਕੀਤ ਸਿੰਘ ਹੁਣਾਂ ਨੇ ਗੱਲ ਕੀਤੀ ਆ, ਉਸ ਦੇ ਪ੍ਰਭਾਵ ਹੇਠ ਕੀ ਹੋਇਆ ਕਿ ਉਹ ਜਿਹੜੀ ਪਦਾਰਥਵਾਦੀ ਬਿਰਤੀ ਬਾਈ ਮਲਕੀਤ ਸਿੰਘ ਗੱਲ ਕਰ ਰਹੇ ਸੀਗੇ ਉਹ ਸਾਡੇ ਅੰਦਰ ਤੱਕ ਘਰ ਕਰ ਗਈ ਸੀਗੀ। ਤੇ ਉਸ ਪਦਾਰਥਵਾਦੀ ਬਿਰਤੀ ਦੇ ਕਰਕੇ ਅਸੀਂ ਉੱਤਮ ਖੇਤੀ ਤੋਂ ਇੱਕ ਮਤਲਬ ਖੇਤੀ ਨੂੰ ਇੱਕ ਧੰਦੇ ਦੇ ਤੌਰ ਤੇ ਸਾਨੂੰ ਅਪਣਾ ਲਿਆ ਸੀ।
ਉਹ ਚਾਹੇ ਉਹਨੂੰ ਸ਼ੁਰੂਆਤ ਦੇ ਵਿੱਚ ਸਾਨੂੰ ਫੋਰਸ ਕੀਤਾ ਗਿਆ, ਪਰ ਅੱਜ ਦੀ ਸਥਿਤੀ ਜਿਹੜੀ ਆ ਉਹ ਅਸੀਂ ਉਹਨੂੰ ਇੱਕ ਧੰਦੇ ਦੇ ਤੌਰ ਤੇ ਹੀ ਦੇਖਦੇ ਹਾਂ ਕਿ ਖੇਤੀ ਇੱਕ ਧੰਦਾ ਹੈ। ਹੁਣ ਇਹਦੀ ਇੱਕ ਅਸੀਂ ਮਤਲਬ ਉਦਾਹਰਨ ਦਿੰਦੇ ਹੁੰਦੇ ਹਾਂ ਕਿ ਜਿਹੜੀ ਜਿਹੜਾ ਇਹਦੇ ਪ੍ਰਭਾਵ ਪਏ ਨੇ ਖੇਤੀ ਦੇ ਇਸ ਚੀਜ਼ ਦੇ ਉੱਪਰ ਕਿ ਕਿਉਂਕਿ ਅਸੀਂ ਆਪਣੇ ਘਰ ਦੇ ਵਿੱਚ ਜਿਹੜੀਆਂ ਚੀਜ਼ਾਂ ਪਹਿਲੋਂ ਵਰਤਦੇ ਸੀਗੇ ਉਹ ਮੋਸਟਲੀ ਜਿਹੜੀਆਂ ਚੀਜ਼ਾਂ ਸੀਗੀਆਂ ਉਹ ਅਸੀਂ ਆਪਣੇ ਘਰ ਉਗਾਉਂਦੇ ਹੁੰਦੇ ਸੀਗੇ। ਇਹਦੀ ਇੱਕ ਅਸੈਸਮੈਂਟ ਅਸੀਂ ਬਣਾਈ ਸੀਗੀ ਕਿ ਜੇ ਆਪਾਂ ਆਪਣੇ ਘਰਾਂ ਦੇ ਵਿੱਚ ਨੋਟ ਕਰੀਏ ਤਾਂ ਅਸੀਂ 35 ਤੋਂ 40 ਚੀਜ਼ਾਂ ਆਪਣੇ ਘਰ ਦੇ ਵਿੱਚ ਵਰਤਦੇ ਹਾਂ। ਪੁਰਾਣੇ ਸਮਿਆਂ ਦੇ ਵਿੱਚ ਸਾਡੇ ਬਜ਼ੁਰਗ ਇਹ ਗੱਲ ਕਰਦੇ ਹੁੰਦੇ ਸੀਗੇ ਕਿ ਅਸੀਂ ਸਿਰਫ ਲੂਣ ਖਰੀਦਣ ਲਈ ਬਾਜ਼ਾਰ ਦੇ ਵਿੱਚ ਜਾਂਦੇ ਸੀਗੇ, ਬਾਕੀ ਚੀਜ਼ਾਂ ਸਾਡੀਆਂ ਘਰ ਦੀਆਂ ਹੁੰਦੀਆਂ ਸੀਗੀਆਂ। ਅੱਜ ਅਸੀਂ ਪੱਛਮੀ ਮਾਡਲ ਦੇ ਤਹਿਤ ਲਗਭਗ ਕੰਮ ਕਰਨ ਲੱਗ ਗਏ ਹਾਂ। ਜੇ ਦੇਖਿਆ ਜਾਵੇ ਤਾਂ ਪੱਛਮੀ ਦੇਸ਼ਾਂ ਦੇ ਵਿੱਚ ਕਿਸੇ ਦੇ ਕੋਲ ਕੋਈ ਮਾਲਕੀ ਜ਼ਮੀਨ ਨਹੀਂ ਹੈਗੀ, ਉਹ ਟੋਟਲੀ ਜਿਹੜੀ ਆਪਣੇ ਖਾਣ ਪੀਣ ਦੇ ਉੱਪਰ ਉਹ ਮਾਰਕੀਟ ਦੇ ਉੱਪਰ ਨਿਰਭਰ ਹੈਗੇ ਆ। ਜੇ ਕਿਸੇ ਦੇ ਕੋਲ ਫਾਰਮ ਵੀ ਹੈ ਤਾਂ ਉਹ ਬਹੁਤ ਵੱਡੇ ਵੱਡੇ ਫਾਰਮ ਨੇ, ਉਹ ਇੱਕ ਕੰਪਨੀ ਦੀ ਤਰ੍ਹਾਂ ਕੰਮ ਕਰਦੇ ਨੇ। ਜ਼ਿਆਦਾਤਰ ਲੋਕ ਉੱਥੇ ਕਾਮਿਆਂ ਦੇ ਤੌਰ ਤੇ ਕੰਮ ਕਰਦੇ ਨੇ। ਉਸ ਕੰਮ ਦੇ ਇਵਜ਼ ਦੇ ਵਿੱਚ ਉਹਨਾਂ ਨੂੰ ਇੱਕ ਜਿਹੜੀ ਪੇਮੈਂਟ ਮਿਲਦੀ ਹੈ ਤੇ ਉਹ ਪੇਮੈਂਟ ਦੇ ਰਾਹੀਂ ਉਹ ਆਪਣੀ ਜ਼ਰੂਰਤ ਦੀਆਂ ਚੀਜ਼ਾਂ ਉਹਨਾਂ ਦੀ ਹੀ ਬਣਾਈ ਹੋਈ ਮਾਰਕੀਟ ਦੇ ਵਿੱਚੋਂ ਖਰੀਦਦੇ। ਸੋ ਲਗਭਗ ਇਸੇ ਤਰ੍ਹਾਂ ਦਾ ਮਾਡਲ ਜਿਹੜਾ ਵਾ ਉਹ ਪੰਜਾਬ ਦੇ ਵਿੱਚ ਹੁਣ ਲਗਭਗ ਆ ਚੁੱਕਾ ਹੈ, ਕਿਉਂਕਿ ਸਾਡੀ ਖੇਤੀਬਾੜੀ ਦੀ ਜਿਹੜੀ ਡਾਈਵਰਸੀਫਿਕੇਸ਼ਨ ਹੈਗੀ ਆ ਉਹ ਬਿਲਕੁਲ ਖਤਮ ਹੋ ਚੁੱਕੀ ਆ। ਅਸੀਂ ਸਾਡੇ ਜਿਹੜੇ ਆਮ ਜ਼ਿਮੀਂਦਾਰ ਨੇ, ਅਸੀਂ ਹੁਣ ਪਿੰਡਾਂ ਦੇ ਵਿੱਚ ਵੀ ਦੇਖਦੇ ਹਾਂ ਕਿ ਉਹ ਆਪਣੀਆਂ ਲੋੜ ਦੀਆਂ ਜਿਹੜੀਆਂ ਚੀਜ਼ਾਂ ਹੈਗੀਆਂ ਨੇ, ਇੱਥੋਂ ਤੱਕ ਕਿ ਸਬਜ਼ੀਆਂ ਖਰੀਦਣ ਲਈ ਵੀ ਬਾਜ਼ਾਰ ਦੇ ਵਿੱਚ ਜਾਂਦੇ ਨੇ। ਉਹ ਕਿਸ ਚੀਜ਼ ਨਾਲ ਖਰੀਦ ਰਹੇ ਨੇ? ਉਸ ਪੈਸੇ ਨਾਲ ਖਰੀਦ ਰਹੇ ਨੇ ਜੋ ਉਹਨਾਂ ਨੂੰ ਕਣਕ ਦੇ ਝੋਨੇ ਦੀ ਇੱਕ ਬਣੀ ਬਣਾਈ ਮਾਰਕੀਟ ਦੇ ਵਿੱਚ ਉਹਨਾਂ ਨੂੰ ਜੋ ਚੀਜ਼ ਮਿਲ ਰਹੀ ਹੈ। ਸੋ ਇੱਕ ਤਾਂ ਇਹ ਚੀਜ਼ ਦਾ ਬਹੁਤ ਵੱਡਾ ਪ੍ਰਭਾਵ ਪਿਆ ਹੈ। ਦੂਜੀ ਗੱਲ ਇਹ ਆ ਕਿ ਪੂਰੀ ਦੀ ਪੂਰੀ ਜਿਹੜੀ ਹਰੀ ਕ੍ਰਾਂਤੀ ਆ ਉਹਨੇ ਸਾਡੇ ਜਿਹੜੇ ਕਿਸਾਨਾਂ ਦੇ ਉੱਪਰ ਕਰਜ਼ਾ ਇਸ ਹੱਦ ਤੱਕ ਚੜਾ ਦਿੱਤਾ ਹੈ। ਹੁਣ ਜੇ ਕਰਜ਼ਾ ਦੇਖਿਆ ਜਾਵੇ ਉਹ ਖੇਤੀਬਾੜੀ ਦੇ ਖਰਚਿਆਂ ਦਾ ਖਰਚਾ ਹੈ ਤੇ ਉਹਨਾਂ ਖਰਚਿਆਂ ਦੇ ਵਿੱਚ ਮੇਨਲੀ ਜਿਹੜਾ ਉਹ ਲੋਹੇ ਦਾ ਖਰਚਾ ਹੈ। ਹਰੀ ਕ੍ਰਾਂਤੀ ਦੇ ਵਿੱਚ ਜੋ ਅਸੀਂ ਹੁਣ ਫਸਲਾਂ ਬੀਜ ਰਹੇ ਹਾਂ ਜਾਂ ਝੋਨਾ ਜਾਂ ਕਣਕ ਹੈ, ਉਹਨੂੰ ਸਾਂਭਣ ਦੇ ਵਾਸਤੇ ਇੰਨਾ ਕੁ ਲੋਹਾ ਲੋੜੀਂਦਾ ਹੈ ਕਿ ਉਹ ਮਤਲਬ ਲੱਖਾਂ ਦੇ ਵਿੱਚ ਜਿਹੜੀਆਂ ਮਸ਼ੀਨਾਂ ਨੇ ਉਹ ਉਹਦੀਆਂ ਆਉਂਦੀਆਂ ਨੇ। ਜੇ ਹੁਣ ਝੋਨੇ ਦੀ ਗੱਲ ਕਰੀਏ, ਝੋਨੇ ਦੀ ਕਟਾਈ ਦੇ ਲਈ ਇੱਕ ਮਸ਼ੀਨ ਚਾਹੀਦੀ ਹੈ, ਫਿਰ ਪਰਾਲੀ ਦੇ ਸਾਂਭ ਦੇ ਲਈ, ਪਰਾਲੀ ਨੂੰ ਕੱਟਣ ਦੇ ਲਈ, ਫਿਰ ਉਹਨੂੰ ਬਰੀਕ ਕਰਨ ਦੇ ਲਈ, ਫਿਰ ਉਹਨੂੰ ਪਲਟਾ ਮਾਰਨ ਦੇ ਲਈ, ਜੇ ਅਸੀਂ ਅੱਗ ਨਹੀਂ ਲਾਉਂਦੇ ਤਾਂ 4-5 ਮਸ਼ੀਨਾਂ ਤਾਂ ਉਸੇ ਚੀਜ਼ ਦੀਆਂ ਚਾਹੀਦੀਆਂ ਨੇ। ਸੋ ਇੰਨੀ ਜ਼ਿਆਦਾ ਮਸ਼ੀਨਰੀ ਦੇ ਉੱਪਰ ਡਿਪੈਂਡੈਂਸੀ ਹੋਣ ਦਾ ਕਰਕੇ ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਮਤਲਬ ਕਰਜ਼ਾ ਜਿਹੜਾ ਉਹ ਆ ਗਿਆ ਤੇ ਉਹ ਖੁਦਕੁਸ਼ੀਆਂ ਵੱਲ ਨੂੰ ਵਧੇ ਨੇ। ਸਭ ਤੋਂ ਵੱਧ ਜਿਹੜਾ ਪ੍ਰਭਾਵ ਪਿਆ ਹੈ ਉਹ ਛੋਟੀ ਕਿਸਾਨੀ ਦੇ ਉੱਪਰ ਪਿਆ ਹੈ, ਜੋ ਕਿ ਲਗਭਗ 80% ਦੇ ਕਰੀਬ ਹੈ, ਜਿਨ੍ਹਾਂ ਦੀ ਜ਼ਮੀਨ ਜਿਹੜੀ ਉਹ 5 ਏਕੜ ਤੋਂ ਘੱਟ ਹੈ। ਸੋ ਉਹਨਾਂ ਦੇ ਕੋਲ ਇੰਨੀ ਸਮਰੱਥਾ ਨਹੀਂ ਹੁੰਦੀ ਕਿ ਉਹ ਆਪਣੇ ਖੁਦ ਦੇ ਸੰਦ ਇੰਨੇ ਵੱਡੇ ਖਰੀਦ ਸਕਣ। ਸੋ ਉਹਨਾਂ ਦੀ ਜਿਹੜੀ ਟੋਟਲੀ ਜਿਹੜੀ ਜ਼ਮੀਨ ਦਾ ਮਤਲਬ ਖੇਤੀਬਾੜੀ ਦਾ ਖਰਚਾ ਹੈ ਉਹ ਬਹੁਤ ਵੱਧ ਜਾਂਦਾ ਹੈ। ਸੋ ਇਹਨਾਂ ਚੀਜ਼ਾਂ ਨੇ ਆਪਣੇ ਕਿਸਾਨਾਂ ਨੂੰ ਜਿਹੜਾ ਉਹ ਉੱਧਰਲੇ ਬੰਨੇ ਨੂੰ ਖੁਦਕੁਸ਼ੀਆਂ ਵੱਲ ਨੂੰ ਧੱਕਿਆ ਜੀ। ਤੇ ਠੀਕ ਹੈ ਜੀ, ਬਹੁਤ ਵਧੀਆ। ਤੇ ਆਪਾਂ ਇਹ ਖੁਦਕੁਸ਼ੀਆਂ ਤੋਂ ਬਾਅਦ ਜਿਹੜੀ ਅੱਜ ਤੁਸੀਂ ਦੱਸੀ ਹੈ ਗੱਲ ਵੀ ਜਿਹੜੀ ਇੱਕ ਡਿਪੈਂਡੈਂਸੀ ਬਹੁਤ ਆ ਗਈ, ਤਾਂ ਮੈਂ ਮਲਕੀਤ ਸਿੰਘ ਜਿਨ੍ਹਾਂ ਤੋਂ ਪੁੱਛਣਾ ਚਾਹੁੰਦਾ, ਤੁਸੀਂ ਪਹਿਲਾਂ ਵੀ ਇੱਕ ਪੋਲੀਟੀਕਲ ਐਂਗਲ ਦੀ ਗੱਲ ਕੀਤੀ ਸੀਗੀ, ਤਾਂ ਇੱਕ ਵਪਾਰਕ ਤਾਣੇ ਬਾਣੇ ਨੇ, ਇੱਕ ਵਪਾਰਕ ਵਰਗ ਦੇ ਜਾਂ ਸਾਡੀਆਂ ਸਰਕਾਰਾਂ ਨੇ ਮਿਲ ਕੇ ਜੇ ਆਪਾਂ ਗੱਲ ਕਰੀਏ ਤਾਂ ਕਿਸਾਨ ਤਾਂ ਇੱਕ ਵਿਕਟਮ ਦੀ ਤਰੀਕੇ ਹੀ ਹੈ, ਜੋ ਉਸਨੂੰ ਮਾਰਕੀਟ ਦੇ ਵਿੱਚ ਆਪਸ਼ਨਸ ਜਾਂ ਜੋ ਸਰਕਾਰ ਵੱਲੋਂ ਅਵੇਲੇਬਲ ਹੋਣਗੀਆਂ, ਜਾਂ ਜਿਵੇਂ ਆਪਾਂ MSP ਦੀ ਹੀ ਗੱਲ ਕਰਦੇ ਹਾਂ, ਤਾਂ ਤੁਸੀਂ ਆਪਣੀ ਪੰਜਾਬ ਦੀ ਜਾਂ ਭਾਰਤ ਸਰਕਾਰ ਦਾ ਵੀ ਇਸ ਦੇ ਵਿੱਚ ਇੱਕ ਵੱਡਾ ਰੋਲ ਰਿਹਾ ਹੈ ਵੀ ਕਿਸਾਨਾਂ ਨੂੰ ਜੋ ਮੁਆਵਜ਼ੇ ਜਾਂ ਇੱਕ ਨੌਲੇਜ ਜਾਂ ਅਵੇਅਰਨੈਸ ਜਾਂ ਇਸ ਚੀਜ਼ ਦੀ ਵੀ ਜਿਹੜੀ ਕਮੀ ਆਈ ਹੈ, ਇਸ ਐਂਗਲ ਨੂੰ ਵੀ ਤੁਸੀਂ ਜ਼ਰੂਰ ਬਿਆਨ ਕਰਿਓ ਵੀ ਕਿੱਦਾਂ ਦਾ ਜਿਹੜਾ ਇੱਕ ਇੰਪੈਕਟ ਰਿਹਾ ਜੋ ਸਾਡੀਆਂ ਸਰਕਾਰਾਂ, ਜੋ ਸਾਡਾ ਐਡਮਿਨਿਸਟ੍ਰੇਸ਼ਨ ਹੈ, ਜਿਨ੍ਹਾਂ ਨੇ ਇੱਕ ਤਾਣਾ ਬਾਣਾ ਸਿਰਜਣਾ ਹੁੰਦਾ ਹੈ, ਇੱਕ ਲਾ ਲਓ ਵੀ ਉਹ ਲਾਈਨ ਸੈੱਟ ਕਰਨੀ ਹੁੰਦੀ ਹੈ, ਇੱਕ ਰਾਸਤਾ ਬਣਾਉਣਾ ਹੁੰਦਾ ਹੈ, ਇੱਕ ਨਵੀਆਂ ਤਕਨੀਕਾਂ ਕਿਸਾਨਾਂ ਤੱਕ ਪਹੁੰਚਾਉਣੀਆਂ ਹੁੰਦੀਆਂ ਨੇ, ਜਿਵੇਂ ਸੁਖਦੇਵ ਜੀ ਨੇ ਦੱਸਿਆ ਵੀ ਨਵੀਂ ਮਸ਼ੀਨਰੀ। ਤਾਂ ਇਸ ਐਂਗਲ ਤੋਂ ਤੁਸੀਂ ਜ਼ਰੂਰ ਦੱਸਿਓ ਵੀ ਜਿਹੜੀ ਪੰਜਾਬ ਸਰਕਾਰ ਹੈ, ਭਾਰਤ ਸਰਕਾਰ ਹੈ, ਉਹਨਾਂ ਦੀ ਕੀ ਰਿਸਪੌਂਸਿਬਿਲਿਟੀ ਬਣਦੀ ਸੀ ਤੇ ਉਹ ਕਿੱਥੇ ਆਪਣੀ ਰਿਸਪੌਂਸਿਬਿਲਿਟੀ ਤੋਂ ਪਿੱਛੇ ਹਟਦੇ ਰਹੇ ਨੇ। ਹਾਂਜੀ, ਇਹਦੇ ਵਿੱਚ ਇਹਨੂੰ ਥੋੜਾ ਜਿਹਾ ਸਮਝਣ ਵਾਸਤੇ ਆਪਾਂ ਫੇਰ ਥੋੜਾ ਜਿਹਾ ਫਲੈਸ਼ਬੈਕ ਕਰਾਂਗੇ ਨਾ ਕਿ 1960 ਤੋਂ ਜਦੋਂ ਇਹ ਚੀਜ਼ ਸ਼ੁਰੂਆਤ ਹੋਈ ਤੇ 70 ਦੇ ਵਿੱਚ ਆ ਕੇ ਪ੍ਰੋਬਲਮਸ ਆਉਣੀਆਂ ਸ਼ੁਰੂ ਹੋ ਗਈਆਂ ਕਿ
ਜਦੋਂ ਝਾੜ ਜ਼ਿਆਦਾ ਹੋ ਗਿਆ ਕਣਕ ਦਾ, MSP ਨਹੀਂ ਮਿਲਦੀ ਨਾ। ਸੋ ਪਹਿਲੀ ਵਾਰ ਜਦੋਂ ਆਪਣੇ ਕਿਸਾਨ ਕੁਛ ਲੁਧਿਆਣੇ ਏਰੀਏ ਦੇ ਕਿਸਾਨ ਇਕੱਠੇ ਹੋ ਕੇ ਇੰਦਰਾ ਗਾਂਧੀ ਦੇ ਕੋਲ ਮਿਲਣ ਗਏ ਸੀਗੇ, ਤੇ ਉਹ ਇੰਦਰਾ ਗਾਂਧੀ ਨੇ ਉਹਨਾਂ ਨੂੰ ਕਿਹਾ ਕਿ ਦੇਖੋ ਇਹਦੇ ਵਿੱਚ MSP ਦਾ ਆਪਾਂ ਹੱਲ ਨਹੀਂ ਕਰ ਸਕਦੇ। ਉਸ ਤੋਂ ਬਾਅਦ 78 ਦੇ ਨੇੜੇ ਜਾ ਕੇ ਫਿਰ ਜਦੋਂ ਇਹਨਾਂ ਨੇ ਫਿਰ ਇੱਕ ਪ੍ਰਸਤਾਵ ਰੱਖਿਆ ਕਿ ਸਾਨੂੰ ਫੂਡ ਪ੍ਰੋਸੈਸਿੰਗ ਵਾਸਤੇ ਤੁਸੀਂ ਕੁਛ ਦਵੋ ਨਾ, ਤੇ ਉਹਨਾਂ ਨੇ ਫਿਰ ਇਹੀ ਗੱਲ ਕਹੀ ਕਿ ਦੇਖੋ ਤੁਹਾਡੇ ਕੋਲ ਪੰਜਾਬ ਕੋਲ ਕੀ ਇੰਨਾ ਅਨਾਜ ਵਾਧੂ ਆ ਗਿਆ ਕਿ ਫੂਡ ਪ੍ਰੋਸੈਸਿੰਗ ਕਰਨ ਦੀ ਲੋੜ ਪੈ ਗਈ ਹੈ। ਉਹਨਾਂ ਉਦੋਂ ਵੀ ਮਨਾ ਕਰਤਾ। ਸੋ ਇਹ ਰੀਜ਼ਨ ਉਹਨਾਂ ਨੇ ਇੱਕ ਦਿੱਤਾ ਵੀ ਆਪਾਂ ਮਾਰੂਥਲ ਦੇ ਵਿੱਚ ਨਕਲੀਸਤਾਨ ਨਹੀਂ ਬਣਾ ਸਕਦੇ ਕਿ ਜਿੱਥੇ ਪੰਜਾਬ ਤੋਂ ਬਾਹਰ ਸਾਰੇ ਭੁੱਖ ਨਾਲ ਮਰ ਰਹੇ ਆ ਜਾਂ ਉਹਨਾਂ ਦੀਆਂ ਲੋੜਾਂ ਨਹੀਂ ਪੂਰੀਆਂ ਹੋ ਰਹੀਆਂ, ਤੇ ਮਤਲਬ ਆਪਾਂ ਇਹ ਐਗਰੀਕਲਚਰ ਪ੍ਰੋਸੈਸਿੰਗ ਬਾਰੇ ਆਪਾਂ ਸੋਚ ਵੀ ਨਹੀਂ ਸਕਦੇ। ਸੋ ਪਹਿਲਾਂ ਲੜਾਈ ਸਾਡੀ MSP ਦੀ ਰਹੀ। MSP ਦੀ ਬਹੁਤ ਪੁਰਾਣੀ ਲੜਾਈ ਹੈ, ਇਹ ਕੋਈ ਹੁਣ ਦੀ ਲੜਾਈ ਨਹੀਂ। ਫਿਰ ਉਸ ਤੋਂ ਬਾਅਦ ਫੂਡ ਪ੍ਰੋਸੈਸਿੰਗ ਦੀ ਰਹੀ। ਉਸ ਤੋਂ ਬਾਅਦ ਫਿਰ ਜਦੋਂ ਕਰਜ਼ੇ ਦੀ ਗੱਲ ਆਈ, ਜਿਵੇਂ ਵੀਰ ਜੀ ਉਹਨਾਂ ਦੱਸਿਆ ਨਾ, ਉਸ ਤੋਂ ਬਾਅਦ ਆਤਮ ਹੱਤਿਆਵਾਂ ਦੀ ਆਪਾਂ ਲੜਾਈ ਲੜੀ ਹੈ ਨਾ, ਕਿਸੇ ਤਰੀਕੇ ਨਾਲ ਇਹਨੂੰ ਹੱਲ ਕੀਤਾ ਜਾਵੇ। ਜੇ ਇੰਨੇ ਵੱਡੇ ਕਾਰਪੋਰੇਟਸ ਘਰਾਣਿਆਂ ਨੂੰ ਦਾ ਤੁਸੀਂ ਟੈਕਸ ਮਾਫ ਕਰ ਸਕਦੇ ਹੋ, ਤੇ ਉਹਦੇ ਮੁਕਾਬਲੇ ਕਿਸਾਨਾਂ ਦਾ ਜਿਹੜਾ ਕਰਜ਼ਾ ਉਹ ਬਹੁਤਾ ਵੱਡੀ ਚੀਜ਼ ਨਹੀਂ ਹੈਗੀ ਸੈਂਟਰ ਵਾਸਤੇ ਨਾ। ਸੋ ਉਸ ਤੋਂ ਬਾਅਦ ਫਿਰ ਜਿਹੜਾ ਹੁਣ ਕਰੰਟਲੀ ਜਿਹੜਾ ਆਪਾਂ ਲੜਦੇ ਪਏ ਆ, ਉਹ ਹੁਣ ਗੱਲ ਇੱਥੋਂ ਤੱਕ ਆ ਗਈ ਵੀ ਆਪਾਂ ਈਕੋਸਿਸਟਮ ਵਾਸਤੇ ਸਾਨੂੰ ਲੜਾਈ ਲੜਨੀ ਪੈ ਰਹੀ ਹੈ ਵੀ ਪੰਜਾਬ ਦਾ ਪਾਣੀ ਵੀ ਖਰਾਬ ਹੋ ਗਿਆ ਤੇ ਪੰਜਾਬ ਦਾ ਜਿਹੜਾ ਵਾਤਾਵਰਨ ਵੀ ਬਿਲਕੁਲ ਖਰਾਬ ਹੋ ਗਿਆ, ਸਿਰਫ ਇੱਕ ਫਸਲ ਦਾ ਬਹੁਤ ਜ਼ਿਆਦਾ ਪ੍ਰੋਵੀਜ਼ਨ ਕਰਕੇ। ਸੋ ਇਹਦੇ ਵਿੱਚ ਜਿਹੜੀਆਂ ਪਾਲਿਸੀ ਜਿਹੜੀ ਘੜੀ ਜਾਂਦੀ ਆ, ਉਹ ਇੱਕ ਚੀਜ਼ ਸਮਝਣ ਵਾਲੀ ਇੱਥੇ ਇਹ ਆ ਕਿ ਜਿਹੜੇ ਆਪਣੇ ਲੋਕ ਨੇ ਬਹੁਤ ਭੋਲੇ ਨੇ, ਤੇ ਇਹਨਾਂ ਦੀ ਪੋਲੀਟੀਕਲੀ ਜਿਹੜੀ ਆਪਾਂ ਕਹਿ ਲਈਏ ਕਿ ਉਸ ਤਰੀਕੇ ਨਾਲ ਨਹੀਂ ਹੈ ਨਾ, ਕਿ ਜਿਵੇਂ ਅੱਜ ਵੀ ਆਪਾਂ ਇਹ ਚੀਜ਼ ਸੋਚਦੇ ਹਾਂ ਕਿ ਪੰਜਾਬ ਦਾ ਜੇ CM ਆਪਾਂ ਬਹੁਤ ਵਧੀਆ ਬਣਾ ਲਈਏ ਤੇ ਤਾਂ ਆਪਾਂ ਕੁਛ ਕਰ ਸਕਦੇ ਹਾਂ ਨਾ, ਕਿਉਂਕਿ ਨੀਤੀ ਘਾਟ ਜਿਹੜੇ ਆ ਉਹ ਸੈਂਟਰ 'ਚ ਬੈਠੇ ਆ, ਉਹ ਸਟੇਟ ਆ, ਉਹ ਇੰਡੀਅਨ ਸਟੇਟ ਨੇ ਸਾਰੀ ਨੀਤੀ ਬਣਾਉਣੀ ਹੈ ਨਾ। ਸੋ ਉਹ ਨੀਤੀ ਨੂੰ ਲਾਗੂ ਸਿਰਫ ਸੂਬਾ ਸਰਕਾਰ ਨੇ ਕਰਨਾ ਹੁੰਦਾ। ਹੁਣ ਜਿਹੜੀ ਨੀਤੀ ਸੈਂਟਰ ਦੀ ਸਰਕਾਰ ਲੈ ਕੇ ਆਊਗੀ, ਚਾਹੇ ਉਹ ਮਾਰੂ ਨੀਤੀ ਆ ਚਾਹੇ ਉਹ ਚੰਗੀ ਨੀਤੀ ਆ, ਪੰਜਾਬ ਦੇ ਸੂਬੇਦਾਰ ਨੂੰ ਉਹ ਲਾਗੂ ਕਰਨੀ ਹੀ ਪੈਣੀ। ਸੋ ਪੰਜਾਬ ਕੋਲ ਬਹੁਤਾ ਕੋਈ ਹੱਕ ਹੈ ਨਹੀਂ ਹੈ ਨਾ, ਤੇ ਹੁਣ ਤੇ ਉਹ ਬਿਲਕੁਲ ਆ ਕੇ ਜ਼ੀਰੋ ਹੋ ਗਏ। ਜਿਵੇਂ ਆਪਣੇ ਸਰਦਾਰ ਕਪੂਰ ਸਿੰਘ ਜੀ ਹੁਣਾਂ ਦਾ ਇੱਕ ਆਉਂਦਾ ਕਿ ਉਹਨਾਂ ਨੂੰ ਕਿਸੇ ਨੇ ਪੁੱਛਿਆ ਕਿ ਤੁਸੀਂ ਪੰਜਾਬ ਦੇ CM ਲਈ ਤੁਹਾਨੂੰ ਲੜਨੀ ਚਾਹੀਦੀ ਚੋਣ, ਉਹ ਕਹਿੰਦੇ ਕਿ ਪੰਜਾਬ ਦੇ CM ਦੀ ਜਿਹੜੀ ਮੇਅਰ ਜਿੰਨੀ ਤਾਕਤ ਨਹੀਂ ਹੈ ਉਹਦੇ ਕੋਲ, ਤੇ ਉਹ ਮਤਲਬ CM ਬਣ ਕੇ ਉੱਥੇ ਕੀ ਕਰ ਲਏਗਾ। ਸੋ ਇਸ ਦਾ ਜਿਹੜਾ ਮੇਨ ਕਾਰਨ ਜਿਹੜਾ ਪਿਆ ਵਾ ਉਹ ਇਹ ਆ ਕਿ ਜਿਹੜਾ ਸੈਂਟਰ ਆ ਉਹ ਪੰਜਾਬ ਨੂੰ ਕਿਹੜੀ ਨਿਗਾਹ ਨਾਲ ਦੇਖਦਾ। ਹੁਣ ਉਹਨੇ ਅੱਜ ਤੱਕ ਪੰਜਾਬ ਨੂੰ ਐਕਸਪਲੋਇਟੇਸ਼ਨ ਦੀ ਨਿਗਾਹ ਨਾਲ ਹੀ ਦੇਖਿਆ, ਜਾਂ ਉਹਦੇ ਤੋਂ ਕੋਈ ਫਾਇਦਾ ਮਤਲਬ ਜਿਹਨੂੰ ਆਪਾਂ ਕੈਪੀਟਲਿਸਟ ਸੋਚ ਕਹਿ ਲਈਏ ਨਾ, ਕਿ ਕਿਸੇ ਕੋਲ ਲਾਹਾ ਲਿਆ ਉਸ ਤੋਂ ਬਾਅਦ ਚਾਹੇ ਉਹ ਮਰ ਗਿਆ ਰਹਿ ਗਿਆ, ਉਹਦੇ ਕੋਈ ਕਿਸੇ ਨੂੰ ਪਰਵਾਹ ਨਹੀਂ। ਸੋ ਇਸ ਦੇ ਜਿਹੜੇ ਕਾਰਨ ਨੇ ਉਹ ਬਹੁਤ ਵਰਤੀ ਨੇ ਨਾ। ਉਸ ਤੋਂ ਬਾਅਦ ਜਿਹੜੀ ਤੁਸੀਂ ਗੱਲ ਕੀਤੀ ਕਿ ਸਾਡੇ ਲੋਕਾਂ ਦੇ ਵਿੱਚ ਅਵੇਅਰਨੈਸ, ਉਹ ਵੀ ਇੱਕ ਬਹੁਤ ਵੱਡਾ ਫੈਕਟਰ ਆ, ਕਿਉਂਕਿ ਜਿਹੜੇ ਸਮਿਆਂ ਦੇ ਵਿੱਚ ਖੇਤੀ ਦੇ ਵਿੱਚ ਬਹੁਤ ਜ਼ਿਆਦਾ ਬਦਲਾਅ ਆਇਆ 1960-70 ਦੇ ਤਕਰੀਬਨ, ਉਸ ਸਮੇਂ ਟੈਕਨੋਲੋਜੀ ਸਾਨੂੰ ਬਹੁਤ ਜ਼ਿਆਦਾ ਐਡਵਾਂਸ ਮਿਲ ਗਈ, ਪਰ ਬੰਦੇ ਸਾਡੇ ਕੋਲ ਇੰਨੇ ਐਡਵਾਂਸ ਸੀਗੇ ਨਹੀਂ। ਸੋ ਬਿਲਕੁਲ ਪਿੰਡਾਂ ਦੇ ਸਿੱਧੇ ਸਾਦੇ ਬੰਦੇ ਸੀਗੇ ਜੀਵਨ ਜੀਣ ਵਾਲੇ। ਸੋ ਉਸ ਤੋਂ ਬਾਅਦ ਜਿਹੜੀ ਹੁਣ ਸਮੱਸਿਆ ਇਹ ਆਈ ਕਿ ਜੋ ਵੀ ਪੰਜਾਬ ਦੇ ਹਾਲਾਤ ਬਣੇ ਪਿਛਲੇ 15 ਸਾਲਾਂ ਦੇ ਵਿੱਚ, ਜਿੰਨੀ ਪੰਜਾਬ ਦੇ ਵਿੱਚ ਮਾਈਗ੍ਰੇਸ਼ਨ ਹੋਈ ਆ ਉਹ ਬਹੁਤ ਜ਼ਿਆਦਾ ਹੋਈ, ਖਾਸ ਕਰਕੇ ਯੂਥ ਦੀ। ਕਿ ਕੋਈ ਵੀ ਜਿਹੜਾ ਯੰਗ ਬੰਦਾ ਵਾ ਉਹ ਖੇਤਾਂ ਦੇ ਵਿੱਚ ਜਾ ਕੇ ਰਾਜੀ ਨਹੀਂ ਜਾਂ ਖੇਤੀਬਾੜੀ ਕਰਕੇ ਰਾਜੀ ਨਹੀਂ। ਉਹਦਾ ਇਹੀ ਕਾਰਨ ਕਿ ਜਿਹਦੇ ਵਿੱਚ ਉਹਨਾਂ ਨੂੰ ਐਂ ਲੱਗਣ ਲੱਗ ਗਿਆ ਕਿ ਖੇਤੀਬਾੜੀ ਜਿਹੜਾ ਲਾਹੇਵੰਦ ਧੰਦਾ ਨਹੀਂ ਹੈ। ਪਰ ਚਲੋ ਉਹਦੇ ਵਿੱਚ MSP ਦੀ ਪ੍ਰੋਬਲਮ ਹੈ, ਲੇਕਿਨ ਹਾਲਾਤਾਂ ਨੂੰ ਗੁਰੂ ਸਾਹਿਬ ਨੇ ਵੀ ਆਪਾਂ ਨੂੰ ਸਮਝਾਇਆ, ਹਾਲਾਤਾਂ ਨਾਲ ਲੜਨਾ ਹੁੰਦਾ। ਉਹਨਾਂ ਤੋਂ ਜੇ ਭੱਜ ਕੇ ਆਪਾਂ ਕਿੱਥੇ ਤੱਕ ਭੱਜ ਲਾਂਗੇ ਨਾ। ਸੋ ਇਹ ਵੀ ਇੱਕ ਪ੍ਰੋਬਲਮ ਰਹੀ ਵੀ ਜਿਹੜੇ ਆਪਣੇ ਨੌਜਵਾਨੀ ਪੀੜ੍ਹੀ ਨੇ ਉਹ ਚੀਜ਼ ਸਾਂਭੀ ਨਹੀਂ। ਪਿਛਲੀ ਪੀੜ੍ਹੀ ਜਿਹੜੀ ਸੀ ਉਹ ਉਨੀ ਕੈਪੇਬਲ ਉਸ ਤਰੀਕੇ ਦੇ ਨਾਲ, ਮਤਲਬ ਟੈਕਨੋਲੋਜੀ ਅਡੈਪਟੇਸ਼ਨ ਦੇ ਰੂਪ ਦੇ ਵਿੱਚ ਮੈਂ ਕਹਿੰਦਾ। ਵੈਸੇ ਤੇ ਆਪਣੇ ਜਿਹੜੇ ਕਿਸਾਨ ਨੇ ਉਹ ਹੁਣ ਦੀ ਟੈਕਨੋਲੋਜੀ ਜਿਹੜੀ ਆਪਾਂ ਯੂਜ਼ ਕਰਦੇ ਹਾਂ, ਵੈਦਰ ਦੀ ਕਰਦੇ ਜਾਂ ਹੋਰ ਕਰਦੇ ਹਾਂ, ਉਹ ਜ਼ਿਆਦਾ ਸਿਆਣੇ ਸੀਗੇ ਸਾਡੇ ਨਾਲ। ਜਿਵੇਂ ਉਹਦੇ ਵਿੱਚ ਆਪਾਂ ਆਮ ਕਰਕੇ ਹੀ ਬਹੁਤ ਸਾਰੀਆਂ ਨੈਚੁਰਲ ਚੀਜ਼ਾਂ ਦੇ ਰੂਪ ਦੇ ਵਿੱਚ
ਮੌਸਮ ਦਾ ਅੰਦਾਜ਼ਾ ਲੱਗ ਜਾਂਦਾ ਸੀਗਾ ਹਨਾ, ਜਾਂ ਕੋਈ ਪੰਛੀਆਂ ਤੋਂ ਅੰਦਾਜ਼ਾ ਲੱਗ ਜਾਂਦਾ ਸੀ, ਕੋਈ ਮੌਸਮ ਦੇ ਵਿੱਚ ਬਦਲਾਅ ਹੁੰਦੇ ਸੀ, ਉਹ ਤੋਂ ਅੰਦਾਜ਼ਾ ਲੱਗ ਜਾਂਦਾ ਸੀਗਾ। ਸੋ ਜਿਹੜੇ ਪੁਰਾਤਨ ਜਿਹੜੇ ਸਿਸਟਮ ਸੀਗੇ ਨਾ, ਜੀ ਸੋ ਇਹਦੇ ਵਿੱਚ ਇਹੀ ਚੀਜ਼ ਹੈ ਕਿ ਜੋ ਆਪਣਾ ਜਿਹੜਾ ਆਪਾਂ ਨੂੰ ਸੈਂਟਰ ਦੀ ਪਾਲਿਸੀ ਕਰਕੇ ਜਿਹੜਾ ਇੱਧਰ ਨੂੰ ਧੱਕਾ ਲੱਗਾ ਨਾ, ਤੇ ਸਭ ਤੋਂ ਵੱਡੀ ਜਿਹੜੀ ਇਹਦੇ ਵਿੱਚ ਚੀਜ਼ ਆ ਉਹ ਹੈਗੀ ਬਿਰਤੀ ਦੀ। ਜਦੋਂ ਇੱਥੋਂ ਦੇ ਲੋਕਾਂ ਦੀ ਬਿਰਤੀ ਜਿਹੜੀ ਸੀ ਸੰਤੋਖੀ ਸੀਗੀ ਨਾ, ਤੇ ਮਹਾਰਾਜ ਵੀ ਦੱਸਦੇ ਨੇ ਵੀ ਸੰਤੋਖ ਤੋਂ ਬਿਨਾਂ ਕੋਈ ਰਾਜਾ ਨਹੀਂ ਰੱਜ ਨਹੀਂ ਸਕਦਾ, ਬਿਨਾਂ ਸੰਤੋਖ ਨਾ ਹੀ ਕੋਈ ਰਾਜੇ। ਸੋ ਉਹ ਜਿਹੜੀ ਸੰਤੋਖ ਤੋਂ ਜਿਹੜੀ ਬਿਰਤੀ ਮਟੀਰੀਅਲਿਜ਼ਮ ਵੱਲ ਸ਼ਿਫਟ ਹੋਈ ਹੈ ਨਾ, ਅੱਜ ਸਾਨੂੰ ਇਹਨਾਂ ਚੀਜ਼ਾਂ ਦਾ ਪਤਾ ਲੱਗ ਰਿਹਾ। ਈਵਨ ਕਿ ਜਿਹੜੀ ਮਾਈਗ੍ਰੇਸ਼ਨ ਆਪਣੀ ਬੱਚਿਆਂ ਦੀ ਬਹੁਤ ਜ਼ਿਆਦਾ ਹੋ ਗਈ, ਉਹਦੇ ਪਿੱਛੇ ਕਾਰਨ ਵੀ ਜਿਹੜਾ ਡੀਪ ਕਾਰਨ ਆ ਉਹ ਗ੍ਰੀਨ ਰੈਵੋਲੂਸ਼ਨ ਦੇ ਵਿੱਚ ਪਿਆ ਹੋਇਆ। ਜੀ ਬਿਰਤੀ ਵਪਾਰਕ ਹੋ ਗਈ, ਜੇ ਆਪਾਂ ਕਹਿ ਸਕਦੇ ਹਾਂ ਵੀ ਬਿਰਤੀ ਵਪਾਰਕ ਹੋ ਗਈ, ਪਹਿਲਾਂ ਸੰਤੋਖੀ ਸੀ। ਹਾਂਜੀ ਹਾਂਜੀ, ਬੇਸਿਕਲੀ ਬਿਰਤੀ ਦੀ ਸਾਰੀ ਪ੍ਰੋਬਲਮ ਆ। ਹੁਣ ਅੱਜ ਜੇ ਤੁਸੀਂ ਕਿਸੇ ਨੂੰ ਕਹੋ ਕਿ ਤੁਸੀਂ ਕੁਝ ਏਰੀਆ ਤੁਸੀਂ ਜੰਗਲ ਲਾ ਲਓ ਜਾਂ ਝਿੜੀ ਲਾ ਲਓ, ਉਹ ਪੁੱਛੂਗਾ ਕਿ ਮੈਨੂੰ ਇਹ 'ਚੋਂ ਪੈਸੇ ਕਿੰਨੇ ਆਉਣਗੇ। ਸੋ ਜੇ ਆਪਾਂ ਇਨਵਾਇਰਨਮੈਂਟ ਬਚਾਉਣਾ, ਪੰਜਾਬ ਦੇ ਪਾਣੀਆਂ ਨੂੰ ਬਚਾਉਣਾ, ਪੰਜਾਬ ਦੀ ਖੇਤੀ ਨੂੰ ਬਚਾਉਣਾ, ਤੇ ਸਾਨੂੰ ਇਹ ਚੀਜ਼ ਤੋਂ ਥੋੜਾ ਜਿਹਾ ਪਾਸੇ ਹੋਣਾ ਪਊਗਾ। ਇਹ ਮੈਂ ਉਹਨਾਂ ਦੀ ਗੱਲ ਕਰ ਰਿਹਾ ਵੀ ਜਿਹੜੇ ਆਲਰੇਡੀ ਰੱਜੇ ਨੇ, ਜਿੱਦਾਂ ਬਾਹਰ ਗਏ ਨੇ, ਜਿਹੜੇ ਨੌਕਰੀ ਪੇਸ਼ੇਵਾਰ ਬੰਦੇ ਨੇ, ਉਹ ਜ਼ਰੂਰ ਕਰ ਸਕਦੇ ਨੇ। ਠੀਕ ਹੈ ਕਿ ਕਿਸਾਨ 1.5-2 ਕਿੱਲੇ ਵਾਲਾ ਨਹੀਂ ਕਰ ਸਕਦਾ, 5-10 ਕਿੱਲੇ ਵਾਲਾ ਫਿਰ ਵੀ ਕਰ ਸਕਦਾ, ਕਿਉਂਕਿ ਆਪਣੇ ਜੇ ਤੁਸੀਂ ਦੇਖੋ ਤੇ 85% ਜਿਹੜੇ ਲੋਕ ਨੇ ਉਹਨਾਂ ਦੀ ਪੈਲੀ 1 ਤੋਂ 5 ਕਿੱਲੇ ਦੇ ਵਿੱਚ ਹੈ। ਸੋ ਜਿਹੜੇ ਮਾਰਜਨਲ ਜਿਹੜੇ ਫਾਰਮਰਜ਼ ਨੇ ਜਾਂ ਜਿਹੜੇ ਸਮਾਲ ਫਾਰਮਰਜ਼ ਨੇ, ਉਹਨਾਂ ਦੀ ਗਿਣਤੀ 80% ਤੋਂ ਵੀ ਜ਼ਿਆਦਾ। ਸੋ ਇਸ ਕਰਕੇ ਇਹਦੀ ਜਿਹੜੀ ਜੜ ਆ ਉਹ ਬਿਲਕੁਲ ਬਿਰਤੀ ਦੇ ਵਿੱਚ ਪਈ ਹੋਈ ਹੈ, ਤੇ ਜਿੰਨਾ ਚਿਰ ਤੱਕ ਉਹ ਬਿਰਤੀ ਇੱਕ ਸੁਸਾਇਟੀ ਦੀ ਚੇਂਜ ਨਹੀਂ ਹੋਏਗੀ, ਉਹਨਾਂ ਚਿਰ ਤੱਕ ਇਹ ਮਸਲਿਆਂ ਦਾ ਪੂਰਨ ਹੱਲ ਨਹੀਂ ਹੋ ਸਕਦਾ। ਜੀ ਇਹਦਾ ਬਾਈ ਜੀ ਇੱਕ ਜ਼ਰੂਰ ਇਹ ਵੀ ਕਾਰਨ ਹੈ, ਜਿਵੇਂ ਸਮੇਂ ਦੀ ਦੌੜ ਆ, ਅੱਜ ਸਮਾਂ ਐਡਵਾਂਸ ਹੈ, ਜਿਵੇਂ ਆਪਾਂ ਕਹਿੰਦੇ ਯੂਥ ਮਾਈਗ੍ਰੇਸ਼ਨ ਹੋ ਰਹੀ ਹੈ ਯੂਥ ਦੀ, ਤਾਂ ਉਸ ਹਿਸਾਬ ਨਾਲ ਅੱਜ ਦੀਆਂ ਲੋੜਾਂ, ਅੱਜ ਦੀਆਂ ਖਵਾਇਸ਼ਾਂ ਸਮੇਂ ਦੇ ਹਿਸਾਬ ਨਾਲ ਜਿਹੜੀਆਂ ਯੂਥ ਦੀਆਂ ਨੇ ਉਹ ਵੱਧ ਗਈਆਂ ਨੇ, ਜਾਂ ਉਹਨਾਂ ਦੇ ਸੁਪਨੇ ਵੱਡੇ ਹੋ ਗਏ। ਤਾਂ ਉਸੇ ਤਰੀਕੇ ਆਪਾਂ ਇੱਕ ਪੱਖ ਹੈ ਜਿਹੜਾ ਖੇਤੀਬਾੜੀ ਦਾ, ਹੁਣੇ ਆਪਾਂ ਡਿਸਕਸ ਕਰਕੇ ਹਟੇ ਹਾਂ ਵੀ ਕਿਵੇਂ ਉਹ ਪੋਲੀਟੀਕਲ ਐਂਗਲ ਤੋਂ ਜਾਂ ਸਰਕਾਰਾਂ ਦੀਆਂ ਜੋ ਨੀਤੀਆਂ ਦੇ ਵਿੱਚ ਕਮੀ ਰਹੀ ਹੈ, ਜਾਂ ਜੋ ਸਾਡੇ ਕਿਸਾਨਾਂ ਨੂੰ ਇੱਕ ਨਵੀਂ ਤਕਨੀਕ ਜਾਂ ਵੱਧ ਆਪਸ਼ਨਸ ਨਹੀਂ ਮਿਲੀਆਂ, ਉਹ ਸਿਰਫ ਕਣਕ ਤੇ ਝੋਨੇ ਦੇ ਉੱਤੇ ਹੀ ਸਟਕ ਹੋ ਕੇ ਰਹਿ ਗਏ। ਜੇ ਉਹਨਾਂ ਨੂੰ ਆਪਸ਼ਨਸ ਮਿਲਦੀਆਂ ਸ਼ਾਇਦ ਉਹਨਾਂ ਨੂੰ ਵੀ ਟੇਕ ਕਰਦੇ। ਤਾਂ ਇਹਨਾਂ ਚੀਜ਼ਾਂ ਨੇ ਇੱਕ ਕਿਸਾਨ ਦੀ, ਇੱਕ ਸਮਾਜ ਦੇ ਵਿੱਚ ਫਾਈਨੈਂਸ਼ੀਅਲੀ ਹਾਲਤ ਨੂੰ ਪ੍ਰਭਾਵਿਤ ਜ਼ਰੂਰ ਕੀਤਾ, ਉਹਨਾਂ ਦੀ ਮਾਨਸਿਕਤਾ ਨੂੰ ਬੜਾ ਕਮਜ਼ੋਰ ਕੀਤਾ, ਇੱਕ ਜੋ ਹਾਲਾਤਾਂ ਨੂੰ ਬੜੀ ਸੱਟ ਮਾਰੀ ਹੈ। ਤਾਂ ਇਹਦਾ ਇੱਕ ਆਪਾਂ ਹੁਣ ਦੂਜਾ ਐਂਗਲ ਹੈ, ਜਿਹੜਾ ਦੂਜਾ ਪੱਖ ਹੈ, ਉਹਦੇ 'ਚ ਆਪਾਂ ਚਰਚਾ ਸ਼ੁਰੂ ਕਰਦੇ ਹਾਂ ਵੀ ਜਿਹੜੀ ਖੇਤੀਬਾੜੀ ਹੈ ਘਰ ਨੂੰ ਤਾਂ, ਪਰਿਵਾਰ ਨੂੰ ਤਾਂ ਪ੍ਰਭਾਵਿਤ ਕਰਦੀ ਹੈ, ਉਹ ਸਾਡੀ ਇੱਕ ਜੀਵਨ ਹੋਂਦ, ਸਾਡੀ ਕੁਦਰਤ ਨੂੰ ਵੀ ਬਹੁਤ ਵੱਡੇ ਪੱਧਰ ਤੇ ਜੋ ਅੱਜ ਹੈ ਜਿਹੜੀ ਉਹ ਪ੍ਰਭਾਵਿਤ ਕਰ ਰਹੀ ਹੈ। ਤਾਂ ਜਿਵੇਂ ਸਾਡੀ ਮਿੱਟੀ ਹੋ ਗਈ, ਤੇ ਜਿਵੇਂ ਅਸੀਂ ਪੈਸਟੀਸਾਈਡਸ ਬੜਾ ਯੂਜ਼ ਕਰਦੇ ਹਾਂ, ਜਾਂ ਸਾਡੇ ਝੋਨੇ ਕਰਕੇ ਸਾਡੇ ਧਰਤੀ ਹੇਠਲੇ ਪਾਣੀ ਦੀ ਪ੍ਰੋਬਲਮ ਹੈ। ਤਾਂ ਮੈਂ ਸੁਖਦੇਵ ਸਿੰਘ ਜੀ ਤੋਂ ਚੱਲਦਾ ਹੈ, ਉਹਨਾਂ ਨੂੰ ਪੁੱਛਣਾ ਚਾਹੂੰਗਾ ਵੀ ਅੱਜ ਦੀਆਂ ਕਿਹੜੀਆਂ ਸਮੱਸਿਆਵਾਂ ਨੇ ਜੋ ਸਾਡੇ ਇਨਵਾਇਰਨਮੈਂਟ, ਸਾਡੇ ਵਾਤਾਵਰਨ, ਸਾਡੇ ਕੁਦਰਤ ਦੇ ਲਈ ਜਿਹੜੀਆਂ ਸਾਡੀ ਖੇਤੀਬਾੜੀ ਤੋਂ ਪੈਦਾ ਹੋ ਰਹੀਆਂ ਨੇ, ਜਾਂ ਸਾਡੇ ਖੇਤੀਬਾੜੀ ਕਰਨ ਦੇ ਜਿਹੜੇ ਤਰੀਕਿਆਂ ਤੋਂ ਪੈਦਾ ਹੋ ਰਹੀਆਂ ਨੇ। ਤੁਸੀਂ ਪਲੀਜ਼ ਉਹਨਾਂ ਬਾਰੇ ਜ਼ਰੂਰ ਆਪਣੇ ਵਿਚਾਰ ਦਿਓ। ਇਹਦੇ ਵਿੱਚ ਨਾ ਜੀ ਦੇਖਿਆ ਜਾਵੇ ਤਾਂ ਪੰਜਾਬ ਇਸ ਵੇਲੇ ਇੱਕ ਇਕੋਲੋਜੀਕਲ ਕ੍ਰਾਈਸਿਸ ਦੇ ਬਿਲਕੁਲ ਨੇੜੇ ਬੈਠਾ ਹੈ, ਜਿਵੇਂ ਕਹਿੰਦੇ ਇੱਕ ਕੰਢੇ ਤੇ ਬੈਠਾ ਹੈ, ਤੇ ਇਟਸ ਹਾਈ ਟਾਈਮ ਕਿ ਅਸੀਂ ਇਹਨੂੰ ਸਮਝ ਕੇ ਤੇ ਇੱਥੋਂ ਮੁੜਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਸਾਨੂੰ ਸਮੱਸਿਆਵਾਂ, ਇੱਕ ਸਮੱਸਿਆ ਇਹ ਵੀ ਹੈ ਕਿ ਲੋਕ ਅਸੀਂ ਜਦੋਂ ਖੇਤੀ ਕਰਦੇ ਹਾਂ ਤਾਂ ਸਾਡੀ ਜਿਹੜੀ ਮਿੱਟੀ ਉੱਪਰਲੀ ਪਰਤ ਹੈ 8 ਤੋਂ 9 ਪਰਤ ਜਿਹੜੀ ਉਹ ਉਪਜਾਊ ਹੁੰਦੀ ਹੈ। ਇੱਕੋ ਤਰ੍ਹਾਂ ਦੀਆਂ ਫਸਲਾਂ ਬੀਜ ਕੇ ਅਸੀਂ ਉਸ ਉੱਪਰਲੀ ਤਹਿ ਦਾ ਇੱਕ ਬਹੁਤ ਵੱਡੇ ਪੱਧਰ ਤੱਕ ਸ਼ੋਸ਼ਣ ਕਰ ਚੁੱਕੇ ਹਾਂ। ਤਾਂ ਹੀ ਸਾਨੂੰ ਬਹੁਤ ਜ਼ਿਆਦਾ ਪੈਸਟੀਸਾਈਡ, ਰਸਾਇਣਿਕ ਖਾਦਾਂ ਜਿਹੜੀਆਂ ਹੈਗੀਆਂ ਨੇ ਉਹ ਸਾਰੀਆਂ ਵਰਤਣੀਆਂ ਪੈ ਰਹੀਆਂ ਨੇ। ਤੇ ਉਹਦੇ ਜਿਹੜੇ ਪਹਿਲੋਂ ਜਿਵੇਂ ਮੈਂ ਗੱਲ ਕੀਤੀ ਸੀਗੀ ਕਿ ਖੇਤੀਬਾੜੀ ਖਰਚਾ ਪਰਾਲੀ ਬਹੁਤ ਜ਼ਿਆਦਾ ਹੋ ਜਾਂਦਾ, ਲੋਕ ਕੀ ਕਰਦੇ ਨੇ, ਪਰਾਲੀ ਨੂੰ ਅੱਗ ਲਾ ਦਿੰਦੇ ਨੇ। ਹੁਣ ਅੱਗ ਦੇ ਕਰਕੇ ਆਪਣੀਆਂ ਸਮੱਸਿਆਵਾਂ ਨੇ, ਉਹ ਸਿਰਫ ਸਾਨੂੰ ਲੱਗਦਾ ਕਿ ਸ਼ਾਇਦ ਉਹ ਹਵਾ ਹੀ ਪਲੀਤ ਕਰ ਰਹੀ ਆ, ਉਹ ਸਿਰਫ ਹਵਾ ਨਹੀਂ ਪਲੀਤ ਕਰਦੀ, ਵਾਤਾਵਰਨ ਦੀ ਸਿਹਤ ਖਰਾਬ ਕਰ ਰਹੀ ਹੈ। ਪਹਿਲੀ ਗੱਲ ਤਾਂ ਇੱਕ ਜ਼ਮੀਨ ਦੇ ਵਿੱਚ ਇੱਕ ਕਾਰਬਨ ਕੰਟੈਂਟ ਹੁੰਦਾ ਹੈ,
ਕਾਰਬਨ ਕੰਟੈਂਟ ਉਹਨੂੰ ਅਸੀਂ ਪੰਜਾਬ ਦੇ ਆਪਣੇ ਪੰਜਾਬੀ ਦੇ ਵਿੱਚ ਮੱਲੜ ਵੀ ਕਹਿ ਦਿੰਦੇ ਆ। ਬਾਇਓਲੋਜੀਕਲ ਜਿਹੜਾ ਡਾਟਾ ਹੁੰਦਾ ਹੈ, ਉਹ ਚੀਜ਼ ਸੋਰੀ ਉਹ ਜਿਹੜਾ ਮਟੀਰੀਅਲ ਮੱਲੜ ਹੋਣਾ ਚਾਹੀਦਾ ਜ਼ਮੀਨ ਦੇ ਵਿੱਚ, ਉਹ ਬਹੁਤ ਲਾਜ਼ਮੀ ਹੋਣਾ ਚਾਹੀਦਾ ਹੈ। ਜੇਕਰ ਉਹਦੀ 0.75% ਤੋਂ ਜਿਹੜੀ ਮਾਤਰਾ ਜ਼ਮੀਨ ਦੇ ਵਿੱਚ ਘੱਟ ਹੈ ਤਾਂ ਉੱਥੇ ਰਸਾਇਣਿਕ ਖੇਤੀ ਵੀ ਦੇ ਵਿੱਚ ਬਹੁਤੀਆਂ ਥਾਵਾਂ ਦੇ ਵਿੱਚ ਉਹ ਇਸ ਮਾਰਕ ਨੇੜੇ ਪਹੁੰਚਣ ਵਾਲਾ ਹੈ। ਸੋ ਸਾਡੀ ਜ਼ਮੀਨ ਬੰਜਰ ਹੋ ਰਹੀ ਹੈ। ਉਹ ਕਾਰਬਨ ਕੰਟੈਂਟ ਜੋ ਅਸੀਂ ਰਹਿੰਦ ਖੂੰਹਦ ਖੇਤੀਬਾੜੀ ਦੀ ਸੀਗੀ ਉਸ ਨੂੰ ਵਿੱਚ ਵਾਹੁਣ ਦੇ ਨਾਲ ਉਹ ਪੂਰਾ ਹੋਣਾ ਸੀਗਾ, ਪਰ ਉਹ ਕਿਉਂਕਿ ਉਹੀ ਪ੍ਰਕਿਰਿਆ ਉਹ ਨਹੀਂ ਹੋ ਰਿਹਾ ਤਾਂ ਜ਼ਮੀਨ ਮਿੱਟੀ ਵੀ ਬਹੁਤ ਹੋ ਗਈ ਹੈ। ਇੱਕ ਹੋਰ ਵੱਡੀ ਸਮੱਸਿਆ ਜਿਹੜੀ ਅਸੀਂ ਦੇਖਦੇ ਹਾਂ ਕਿ ਮਿੱਟੀ ਦੇ ਵਿੱਚ ਬਹੁਤ ਸਾਰੇ ਬੈਕਟੀਰੀਆ ਤੇ ਹੋਰ ਜੀਵ ਜੰਤੂ ਹੁੰਦੇ ਨੇ ਜਿਨ੍ਹਾਂ ਨੇ ਜ਼ਮੀਨ ਦੀ ਉਪਜਾਊ ਸ਼ਕਤੀ ਨੂੰ ਬਣਾ ਕੇ ਰੱਖਣਾ। ਸੁਖਦੇਵ ਜੀ ਆਪਣੇ ਹਲਕੇ ਦੀ ਨੈਟਵਰਕ ਦੀ ਪ੍ਰੋਬਲਮ ਆ ਰਹੀ ਹੈ, ਤੁਹਾਡੀ ਆਵਾਜ਼ ਥੋੜੀ ਡਿਸਕਨੈਕਟ ਹੋ ਰਹੀ ਹੈ ਤੇ ਹਲਕੀ ਜੀ ਮੈਨੂੰ ਲੱਗਦਾ ਕਿਤੇ ਨੈਟਵਰਕ ਆ ਰਿਹਾ, ਤੁਹਾਡੀ ਵੀਡੀਓ ਵੀ ਤੇ ਆਵਾਜ਼ ਦੇ ਵਿੱਚ ਵੀ ਹਲਕਾ ਜਿਹਾ। ਹਾਂਜੀ ਜੀ ਜੀ ਤੇ ਕੀ ਕਰ ਰਹੇ ਜੀ ਤੁਸੀਂ ਦੇਖੋ। ਹਾਂਜੀ ਹਾਂ ਹਾਂਜੀ ਠੀਕ ਹੈ, ਤੁਸੀਂ ਹੁਣ ਉਹਦੇ ਹਾਂ ਉਹ ਜਿਹੜੇ ਉਹ ਹਾਂਜੀ ਜਿਹੜੇ ਉਹ ਬੈਕਟੀਰੀਆ ਹੋਰ ਜੀਵ ਜੰਤੂ ਹੁੰਦੇ ਨੇ ਉਹਨਾਂ ਦੀ ਜਿਹੜੀ ਕੁਆਂਟਿਟੀ ਹੈ ਉਹ ਵੀ ਜ਼ਮੀਨ ਦੇ ਵਿੱਚ ਘੱਟ ਗਈ ਹੈ ਤੇ ਉਹਨੇ ਵੀ ਇਸ ਚੀਜ਼ ਨੂੰ ਪ੍ਰਭਾਵਿਤ ਕੀਤਾ। ਸੋ ਦੂਸਰੀ ਗੱਲ ਜਿਹੜੀ ਝੋਨੇ ਦਾ ਬਹੁਤ ਵੱਡੇ ਪੱਧਰ ਤੇ ਜਿਹੜੀ ਹੋਈ ਆ, ਉਹਨੇ ਸਾਡੇ ਪਾਣੀ ਨੂੰ ਤਾਂ ਪਲੀਤ ਕੀਤਾ ਹੀ ਆ। ਉਹਨੇ ਸਿਰਫ ਪਾਣੀ ਦੇ ਡੂੰਘੇ ਹੀ ਨਹੀਂ ਕੀਤੇ, ਉਹਨੂੰ ਪਲੀਤ ਵੀ ਕੀਤਾ, ਕਿਉਂਕਿ ਇੱਕ ਪੀਣ ਯੋਗ ਪਾਣੀ ਅਸੀਂ ਕੱਢ ਕੇ ਉਹਦੇ ਵਿੱਚ ਪਹਿਲੇ ਦਿਨ ਤੋਂ ਹੀ ਦਵਾਈਆਂ ਖਾਦਾਂ ਉਹ ਸਾਰੀਆਂ ਪਾਉਣੀਆਂ ਸ਼ੁਰੂ ਕਰ ਦਿੰਦੇ ਹਾਂ ਤੇ 80% ਬਲਾਕ ਜਿਹੜੇ ਪੰਜਾਬ ਦੇ ਵਿੱਚ ਹੈਗੇ ਆ ਉਹ ਖਤਰੇ ਦੇ ਮਤਲਬ ਅਤਿਸ਼ੋਸ਼ਿਤ ਬਲਾਕ ਦੇ ਵਿੱਚ ਆਉਂਦੇ ਆ ਕਿ ਜਿੰਨਾ ਪਾਣੀ ਅਸੀਂ ਜ਼ਮੀਨ ਉਹਨਾਂ ਉਹ ਵਾਪਸ ਜਿਹੜਾ ਨਹੀਂ ਹੋ ਰਿਹਾ। ਇਹ ਸਾਰੀਆਂ ਸਮੱਸਿਆਵਾਂ ਮਤਲਬ ਇਹ ਇੱਕ ਕੋਈ ਸਮੱਸਿਆ ਨਹੀਂ ਹੁੰਦੀ ਕਿ ਹਾਂਜੀ ਅਸੀਂ ਪਾਣੀ ਵਰਤ ਰਹੇ ਹਾਂ, ਮਿੱਟੀ ਵਰਤ ਰਹੇ ਹਾਂ। ਇੱਕ ਓਵਰਆਲ ਜਿਹੜਾ ਕੁਦਰਤ ਦਾ ਬੈਲੈਂਸ ਆ ਉਹ ਵਿਗੜ ਚੁੱਕਾ ਹੈ ਪੰਜਾਬ ਦੇ ਵਿੱਚ ਤੇ ਬਹੁਤ ਖਤਰੇ ਦੇ ਨੇੜੇ ਪਹੁੰਚ ਚੁੱਕੇ ਆ। ਦੂਜੀ ਗੱਲ ਜਿਹੜੀ ਆ ਜਿਹੜੇ ਆਪਣੇ ਆਮ ਕਿਸਾਨ ਨੇ ਉਹਨਾਂ ਦੇ ਮਤਲਬ ਵੀ ਰੁੱਖਾਂ ਦੇ ਨਾਲ ਤਾਂ ਮੈਂ ਕਹਾਂਗਾ ਕਿ ਉਹਨਾਂ ਦਾ ਇੱਕ ਤਰ੍ਹਾਂ ਨਾਲ ਵੈਰ ਹੀ ਹੋ ਗਿਆ ਹੈ। ਉਹ ਇੱਕ ਕਹਾਵਤ ਇੱਕ ਰੁੱਖ 100 ਰੁੱਖ, ਉਹ ਬਜ਼ੁਰਗਾਂ ਸੁਣਦੇ ਹੁੰਦੇ ਸੀ ਪਰ ਹੁਣ ਸਾਡੇ ਬਜ਼ੁਰਗ ਹੀ ਉਸ ਚੀਜ਼ ਨੂੰ ਨਹੀਂ ਮੰਨ ਰਹੇ ਕਿ ਮਤਲਬ ਆਪਣੇ ਕੰਢੇ ਤੇ ਜ਼ਮੀਨ ਜੇ ਅਸੀਂ ਇੱਕ ਸਹੀ ਢੰਗ ਨਾਲ ਖੇਤੀ ਕਰਨੀ ਹੈ, ਕੁਦਰਤ ਦਾ ਤਵਾਜ਼ਨ ਬਣਾ ਕੇ ਖੇਤੀ ਕਰਨੀ ਹੈ ਤਾਂ ਸਾਡੇ 1 ਏਕੜ ਦੇ ਵਿੱਚ ਹੋਣੇ। ਤੁਸੀਂ ਪੰਜਾਬ ਦੇ ਗੇਟ ਮਾਰੋ ਪੰਜਾਬ ਦੇ ਵਿੱਚ ਤੁਹਾਨੂੰ 25-30 ਕਿੱਲਿਆਂ ਤੱਕ ਖਾਈ ਨਹੀਂ ਦਿੰਦਾ। ਉਹਦਾ ਕਰਕੇ ਵੀ ਉਹਨੇ ਸਾਡੀ ਖੇਤੀਬਾੜੀ ਦੇ ਨੂੰ ਹੋਰ ਜਿਹੜੀਆਂ ਪਹਿਲੋਂ ਰਸਾਇਣਿਕ ਵਾਲੇ ਪਾਸੇ ਨੂੰ ਹੋਰ ਨਹੀਂ ਹੋਣ ਕੇ ਜੀਵ ਦੇ ਵਿੱਚ ਕੀਟ ਵਗੈਰਾ ਬਹੁਤ ਜ਼ਿਆਦਾ ਪੈਦਾ ਹੋ ਜਾਣਗੇ। ਉਹਦੇ ਵਾਸਤੇ ਤੁਹਾਨੂੰ ਫਿਰ ਤੋਂ ਦੁਬਾਰਾ ਆਪਣੇ ਜਿਹੜੀਆਂ ਬਹੁਤ ਸਾਰੀਆਂ ਦਵਾਈਆਂ ਖਾਦਾਂ ਦੀ ਵਰਤੋਂ ਕਰਨੀ ਪਏਗੀ। ਇਹ ਇੱਕ ਚੱਕਰ ਹੈ ਜਿਹਦੇ ਵਿੱਚ ਇੱਕ ਲੂਪ ਬਣਿਆ ਹੋਇਆ, ਲੂਪ ਦੇ ਵਿੱਚ ਹੀ ਉਹ ਸਾਰਾ ਕੁਛ ਇੱਕ ਚੱਲ ਰਿਹਾ। ਸੋ ਇਹ ਬਹੁਤ ਗੰਭੀਰ ਸਥਿਤੀ ਹੈ ਇਸ ਵੇਲੇ ਪੰਜਾਬ ਦੇ ਵਿੱਚ। ਜੀ ਜੀ ਤੇ ਬਿਲਕੁਲ, ਤੇ ਮੈਂ ਚੱਲਦਾ ਮਲਕੀਤ ਸਿੰਘ ਜੀ ਵੱਲ। ਤਾਂ ਆਪਾਂ ਪਹਿਲਾਂ ਵੀ ਆਪਾਂ ਆਫ ਕੈਮਰਾ ਵੀ ਮਲਕੀਤ ਸਿੰਘ ਜੀ ਗੱਲ ਕੀਤੀ ਸੀਗੀ ਵੀ ਅੱਜ ਬੜੀਆਂ ਸਮੱਸਿਆਵਾਂ ਨੇ। ਹੁਣ ਜਿਵੇਂ ਬਾਈ ਸੁਖਦੇਵ ਸਿੰਘ ਉਹਨਾਂ ਨੇ ਸਾਰੀਆਂ ਸ਼ੇਅਰ ਕੀਤੀਆਂ, ਜਿਹੜੀ ਕਿ ਖੇਤੀਬਾੜੀ ਹੈ ਉਹ ਬਿਲਕੁਲ ਸਾਡਾ ਜੋ ਐਟਮੋਸਫੇਰਿਕ ਤਾਣਾ ਬਾਣਾ ਹੈ, ਜੋ ਇੱਕ ਕੁਦਰਤ ਦਾ ਨੇਚਰ ਦਾ ਸਿਧਾਂਤ ਹੈ, ਅਸੀਂ ਉਹਦੇ ਵਿੱਚ ਵੀ ਅੱਜ ਜਿਹੜੇ ਨੇ ਹਾਲਾਤ ਨੇ ਉਹਨਾਂ ਨੂੰ ਵਿਗਾੜਦੇ ਜਾ ਰਹੇ ਹਾਂ। ਚਾਹੇ ਉਹ ਮਿੱਟੀ ਨਾਲ ਜੁੜੇ ਹੋਣ, ਚਾਹੇ ਉਹ ਸਾਡੀ ਹਵਾ ਦੇ ਨਾਲ ਜੁੜੇ ਹੋਣ, ਤੇ ਉਸ ਨਾਲ ਪੂਰੇ ਇਨਵਾਇਰਮੈਂਟ ਸਾਡੇ ਵਾਤਾਵਰਣ ਦੇ ਵਿੱਚ ਕੁਝ ਤਬਦੀਲੀਆਂ ਵੀ ਸਮੇਂ-ਸਮੇਂ ਤੇ ਆਉਂਦੀਆਂ ਨੇ। ਤਾਂ ਇਸ ਵਾਰ ਵੀ ਅਸੀਂ ਦੇਖ ਰਹੇ ਹਾਂ ਗਰਮੀ ਵਧਣ ਕਾਰਨ ਜਾਂ ਫਿਰ ਧਰਤੀ ਦੀ ਜੋ ਇੱਕ ਸ਼ਕਤੀ ਪਾਵਰ ਘਟਣ ਕਾਰਨ ਇਸ ਵਾਰ ਜਿਹੜੀ ਸਾਡੀ ਕਣਕ ਦੀ ਝਾੜ ਸੀਗਾ ਉਹ ਕਾਫੀ ਪੰਜਾਬ ਦੇ ਖੇਤਰਾਂ ਦੇ ਵਿੱਚ ਬੜਾ ਘੱਟ ਦੇਖਣ ਨੂੰ ਮਿਲਿਆ। ਤਾਂ ਅੱਜ ਦੀਆਂ ਸਾਰੀਆਂ ਸਮੱਸਿਆਵਾਂ ਬਹੁਤ ਤੋਂ ਆਪਾਂ ਚਰਚਾ ਜੇ ਆਪਾਂ ਕਰੀਏ ਤਾਂ ਬਹੁਤ ਕਰ ਵੀ ਲਈਆਂ ਤੇ ਕੁਝ ਰਹਿ ਵੀ ਜਾਣਗੀਆਂ। ਤਾਂ ਅੱਜ ਦੇ ਸੰਭਾਵਿਕ ਹੱਲ ਕੀ ਹੋ ਸਕਦੇ ਨੇ? ਅੱਜ ਦੇ ਕੀ ਏਦਾਂ ਦੇ ਤੌਰ ਤਰੀਕੇ ਹੋ ਸਕਦੇ ਨੇ ਇੱਕ ਆਮ ਕਿਸਾਨ ਹੈ ਜਿਹੜਾ ਉਹ ਆਪਣੇ ਨਿੱਜੀ ਪੱਧਰ ਤੋਂ ਸ਼ੁਰੂ ਕਰ ਸਕੇ, ਕੁਝ ਗੱਲਾਂ ਨੂੰ ਅਪਣਾ ਸਕੇ? ਤਾਂ ਉਹਨਾਂ ਬਾਰੇ ਜ਼ਰੂਰ ਸਾਡੇ ਨਾਲ ਜਾਣਕਾਰੀ ਸਾਂਝੀ ਕਰੋ ਵੀ ਕਿੱਦਾਂ ਦੇ ਜਿਹੜੇ ਬਦਲਾਅ ਜਾਂ ਅਸੀਂ ਆਪਣੇ ਹਾਲਤਾਂ ਦੇ ਵਿੱਚ ਜਾਂ ਤਰੀਕਿਆਂ ਦੇ ਵਿੱਚ ਕਰਕੇ ਜਿਹੜੀ ਖੇਤੀਬਾੜੀ ਹੈ ਉਹਨੂੰ ਇਸ ਤਰੀਕੇ ਨਾਲ ਅਪਣਾ ਸਕਦੇ ਹਾਂ ਵੀ ਉਹ ਸਾਡੇ ਵਾਤਾਵਰਣ ਨੂੰ ਨਾ ਅਫੈਕਟ ਕਰੇ।
ਇੱਕ ਇਸ ਤੋਂ ਪਹਿਲਾਂ ਹੱਲਾਂ ਤੋਂ ਪਹਿਲਾਂ ਨਾ 5 ਮਿੰਟ ਵਾਸਤੇ ਮੈਂ ਥੋੜੇ ਜਿਹੇ ਜਿਹੜੇ ਆਪਣੇ ਕੋਲ ਡਾਟਾ ਜਾਂ ਜੋ ਹਾਲਾਤ ਨੇ ਮੈਂ ਉਹਨਾਂ ਬਾਰੇ ਜੀ ਜ਼ਰੂਰ ਬਿਲਕੁਲ ਦਰਸ਼ਕਾਂ ਤੱਕ ਪਹੁੰਚਾਉਣਾ ਜੀ ਚਾਹੁੰਦਾ। ਤੋ ਜੀ ਉਸ ਦੇ ਵਿੱਚ ਜਿੱਦਾਂ ਆਪਾਂ ਗੱਲ ਕੀਤੀ ਸੀਗੀ ਨਾ ਕਿ ਆਪਣੇ ਝੋਨੇ ਦੀ ਤੇ ਜਿਹੜੇ ਕੁਝ ਆਪਣੇ 5-6 ਜ਼ਿਲ੍ਹੇ ਨੇ ਜਿਨ੍ਹਾਂ ਦੇ ਵਿੱਚ 90% ਤੋਂ ਵੀ ਜ਼ਿਆਦਾ ਝੋਨਾ ਲੱਗ ਰਿਹਾ, ਮਤਲਬ ਕਿਤੇ 93%, ਕਿਤੇ 90%। ਕੁਝ 4 ਜੀ ਜ਼ਿਲ੍ਹੇ ਇਦਾਂ ਦੇ ਨੇ ਜਿਹੜੇ ਮਤਲਬ ਕਿ 60% ਤੋਂ ਥੱਲੇ ਨੇ। ਤੇ ਜੇ ਓਵਰਆਲ ਆਪਾਂ ਪੂਰੇ ਪੰਜਾਬ ਦੀ ਗੱਲ ਕਰਦੇ ਹਾਂ, ਜਿਹੜੀ ਐਵਰੇਜ ਇੱਕ ਬਣਦੀ ਆ ਉਹ 75% ਬਣਦੀ ਆ। ਸੋ ਇਹਦੇ ਜਿਹੜੇ ਬਹੁਤ ਜ਼ਿਆਦੀਆਂ ਜਿਹੜੀਆਂ ਆਪਾਂ ਨੂੰ ਪ੍ਰੋਬਲਮਸ ਆਈਆਂ ਉਹਨਾਂ ਦੇ 4 ਪ੍ਰੋਬਲਮਸ ਮੈਂ ਤੁਹਾਨੂੰ ਮੋਟੀਆਂ ਦੱਸ ਦਿੰਦਾ ਨਾ। ਇੱਕ ਸਭ ਤੋਂ ਪਹਿਲੀ ਆਈ ਵਾਟਰ ਕੁਆਲਿਟੀ ਦੀ। ਹੁਣ ਇਹਦੇ ਵਿੱਚ ਕੀ ਹੋਇਆ, ਜਿਵੇਂ ਆਪਣਾ ਮਾਝਾ ਏਰੀਆ, ਮਾਝੀ ਕੋਈ ਜਿਹੜਾ ਜਿੰਨਾ ਪੰਜਾਬ ਆ ਇਹਦੇ ਟੋਟਲ 3 ਪੱਤਨ ਨੇ, ਮਤਲਬ ਫਸਟ ਐਕਵੀਫਰ, ਸੈਕੰਡ ਐਕਵੀਫਰ ਐਂਡ ਥਰਡ ਐਕਵੀਫਰ। ਸੋ ਜਿਹੜਾ ਜਿੰਨਾ ਮਾਝਾ ਏਰੀਆ ਇਹਦੇ ਸਿਰਫ ਪਹਿਲੇ ਪੱਤਨ 'ਚ ਹੀ ਪਾਣੀ ਆ, ਦੂਸਰੇ ਦੋਨਾਂ ਪੱਤਨਾਂ 'ਚ ਪਾਣੀ ਹੈ ਨਹੀਂ। ਜਿੱਦਣ ਇਹ ਪਹਿਲੇ ਪੱਤਨ ਵਾਲਾ ਪਾਣੀ ਖਤਮ ਹੋ ਗਿਆ, ਮਾਝੇ 'ਚ ਪਾਣੀ ਸਾਰੇ 'ਚ ਖਤਮ ਹੋ ਜਾਣਾ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ ਸਾਰਾ ਏਰੀਆ। ਹੁਣ ਇਹਦੇ ਵਿੱਚ ਹੋਇਆ ਕਿ ਇੱਕ ਬੜੀ ਇੰਟਰਸਟਿੰਗ ਤੁਹਾਨੂੰ ਮੈਂ ਗੱਲ ਦੱਸਦਾ ਕਿ ਪਿੱਛੇ ਜੇ ਆਪਾਂ ਇੱਦਾਂ ਹੀ ਰਿਸਰਚ ਕਰਦੇ ਸੀਗੇ ਕਿ ਯੂਰੇਨੀਅਮ ਦੇ ਉੱਤੇ ਵੀ ਪਾਣੀ 'ਚ ਯੂਰੇਨੀਅਮ ਬਹੁਤ ਘੁਲ ਗਿਆ ਨਾ। ਇੱਕ ਰੀਸੈਂਟਲੀ ਇੱਕ ਰਿਸਰਚ ਰਿਪੋਰਟ ਆਈ ਸੀਗੀ ਜਿਹਦੇ ਵਿੱਚ ਉਹਨਾਂ ਨੇ ਦੱਸਿਆ ਕਿ ਜਿਹੜਾ ਮਾਲਵੇ ਏਰੀਏ 'ਚ ਜਿਹੜਾ ਯੂਰੇਨੀਅਮ ਘੁਲਿਆ ਅੰਡਰਗਰਾਊਂਡ ਪਾਣੀ ਦੇ ਵਿੱਚ, ਉਹਦਾ ਸਭ ਤੋਂ ਵੱਡਾ ਕਾਰਨ ਸੀਗਾ ਕਿ ਓਵਰ ਐਕਸਟ੍ਰੈਕਸ਼ਨ ਆਫ ਵਾਟਰ, ਕਿ ਪਾਣੀ ਦੀ ਬਹੁਤ ਜ਼ਿਆਦਾ ਤਾਦਾਦ ਨਾਲ ਆਪਾਂ ਪਾਣੀ ਕੱਢ ਰਹੇ ਹਾਂ। ਸੋ ਉਹਦੇ ਫੈਕਟਰ ਪਹਿਲਾਂ ਜਿਹੜੇ ਮੰਨੇ ਜਾਂਦੇ ਸੀ ਉਹ ਮੰਨੇ ਜਾਂਦੇ ਸੀ ਕਿ ਸ਼ਾਇਦ ਆਪਾਂ ਬਹੁਤ ਸਾਰਾ ਪੈਸਟੀਸਾਈਡ ਪਾਉਂਦੇ ਆ, ਸ਼ਾਇਦ ਉਹ ਜ਼ਮੀਨ 'ਤੇ ਚੱਲ ਜਾਂਦਾ ਵਾ ਨਾ, ਜਾਂ ਫਿਰ ਉਹਦਾ ਇਹ ਵੀ ਇੱਕ ਕਾਰਨ ਮੰਨਿਆ ਜਾਂਦਾ ਸੀ ਕਿ ਆਪਾਂ ਬਹੁਤ ਜ਼ਿਆਦਾ ਪਾਣੀ ਕੱਢ ਰਹੇ ਹਾਂ ਤਾਂ, ਜਾਂ 2-3 ਕਾਰਨ ਉਹਦੇ ਹੋਰ ਮੰਨੇ ਜਾਂਦੇ ਸੀਗੇ। ਪਰ ਜਿਹੜਾ ਰੀਸੈਂਟਲੀ ਸਟੱਡੀ ਦੇ ਵਿੱਚ ਆਇਆ ਵੀ ਇਹਦਾ ਜਿਹੜਾ ਕਾਰਨ ਆ ਉਹ ਜੀਓਜੈਨਿਕ ਆ। ਜੀਓਜੈਨਿਕ ਦਾ ਮਤਲਬ ਇਹ ਆ ਕਿ ਜੋ ਸਾਡੀ ਧਰਤੀ ਦੇ ਹੇਠਾਂ ਪਾਣੀ ਆ ਉਹ ਆਪਾਂ ਲੱਖਾਂ ਕਰੋੜਾਂ ਸਾਲ ਪੁਰਾਣਾ ਪਾਣੀ ਕੱਢ ਰਹੇ ਹਾਂ, ਏਂਸ਼ੀਅੰਟ ਵਾਟਰ ਆਪਾਂ ਕੱਢ ਰਹੇ ਹਾਂ। ਸੋ ਉਹ ਪਾਣੀ ਦੀ ਜਦੋਂ ਮਤਲਬ ਯੂਰੇਨੀਅਮ ਵਾਲੇ ਪੱਥਰਾਂ ਦੇ ਨਾਲ, ਜਾਂ ਮੰਨ ਲਓ ਗ੍ਰੇਨਾਈਟ ਪੱਥਰ ਆ ਉਹਦੇ ਵਿੱਚ ਯੂਰੇਨੀਅਮ ਹੁੰਦਾ, ਜਦੋਂ ਉਹ ਪਾਣੀ ਉਹਦੇ ਨਾਲ ਘਸਦਾ ਵਾ, ਉਹਨੂੰ ਲੀਚਿੰਗ ਬੋਲਦੇ ਆ ਇੰਗਲਿਸ਼ ਦੇ ਵਿੱਚ ਨਾ, ਵੀ ਜਦੋਂ ਪਾਣੀ ਘਸਦਾ ਤੇ ਉਹ ਪਾਣੀ ਦੇ ਵਿੱਚ ਯੂਰੇਨੀਅਮ ਦੀ ਮਾਤਰਾ ਜਿਹੜੀ ਉਹ ਆ ਜਾਂਦੀ ਹੈ। ਸੋ ਇਹਦਾ ਉਹਨਾਂ ਨੇ ਕਾਰਨ ਦੱਸਿਆ ਵੀ ਜਿਹੜੀਆਂ ਸ਼ਿਵਾਲਿਕ ਦੀਆਂ ਪਹਾੜੀਆਂ ਨੇ ਉਹਨਾਂ ਦੇ ਬਿਲਕੁਲ ਫੁੱਟ ਹਿਲਸ ਦੇ ਲਾਗੇ, ਜਿਵੇਂ ਆਪਾਂ ਰੋਪੜ ਦੀ ਗੱਲ ਕਰਦੇ ਹਾਂ, ਜਾਂ ਵੀ ਉਹਨਾਂ ਏਰੀਆ ਦੇ ਵਿੱਚ ਝੋਨੇ ਦੇ ਕਾਰਨ ਬਹੁਤ ਜ਼ਿਆਦਾ ਪਾਣੀ ਕੱਢਣ ਕਰਕੇ ਜਿਹੜਾ ਉਹ ਸਾਰਾ ਯੂਰੇਨੀਅਮ ਮਾਲਵੇ ਦੇ ਵਿੱਚ ਫੈਲ ਗਿਆ। ਸੋ ਹੁਣ ਤੁਸੀਂ ਇੱਥੋਂ ਇਹ ਅੰਦਾਜ਼ਾ ਲਾ ਸਕਦੇ ਜੇ ਕਿ ਜਿਹੜਾ ਯੂਰੇਨੀਅਮ ਫੈਲਿਆ ਵਾ ਉਹਦਾ ਇੱਕ ਕਾਰਨ ਉਹ ਰਿਸਰਚ ਰਿਪੋਰਟ ਦੇ ਮੁਤਾਬਕ ਉਹ ਪਾਣੀ ਦੀ ਬਹੁਤਾਤ ਮਾਤਰਾ ਜਿਹੜੀ ਆਪਾਂ ਕੱਢ ਰਹੇ ਝੋਨੇ ਕਰਕੇ ਉਹਦੇ 'ਚ। ਮੈਨੂੰ ਲੱਗਦਾ ਇਹਦੋਂ ਵੱਡਾ ਸੀਰੀਅਸ ਜਿਹੜਾ ਮਾਮਲਾ ਕੋਈ ਹੋ ਹੀ ਨਹੀਂ ਸਕਦਾ। ਇੱਕ ਚੀਜ਼ ਤੁਸੀਂ ਹੋਰ ਇਸ ਚੀਜ਼ ਤੇ ਹੈਰਾਨ ਹੋਗੇ ਕਿ ਜਿਹੜਾ ਦਸੂਹਾ ਏਰੀਆ ਵਾ ਉਹਦੇ ਵਿੱਚ ਮੈਂ ਦੇਖਿਆ ਜਦੋਂ ਵਾਟਰ ਕੁਆਲਿਟੀ ਦੀ ਰਿਪੋਰਟ, ਤੇ ਉਹਦੇ ਵਿੱਚ ਵੀ ਜਿਹੜਾ ਯੂਰੇਨੀਅਮ 2200 ਦੇ ਨੇੜੇ ਆਇਆ। ਮਤਲਬ ਇੰਡੀਆ ਦੇ ਵਿੱਚ ਬਹੁਤ ਘੱਟ ਇੱਦਾਂ ਦੇ ਥਾਂ ਨੇ ਜਿੱਥੇ ਯੂਰੇਨੀਅਮ 2200 ਹੋਵੇ। ਪੂਰੇ ਪੰਜਾਬ 'ਚ 2200 ਕਿਤੇ ਨਹੀਂ ਹੈਗਾ, ਕਿਤੇ 150 ਆ। ਮਤਲਬ 60 ਜਿਹੜਾ ਲੈਵਲ ਆ ਉਹ ਉਦੋਂ ਵੱਧ ਨਹੀਂ ਹੋਣਾ ਚਾਹੀਦਾ, ਜਾਂ 30 ਤੋਂ ਵੱਧ ਨਹੀਂ ਹੋਣਾ ਚਾਹੀਦਾ। ਇੱਕ 30 ਲੈਵਲ ਆ, ਇੱਕ 60 ਲੈਵਲ ਆ। ਪਰ ਜਿੱਥੇ ਹੁਣ 2200 ਚਲਾ ਗਿਆ ਉੱਥੇ ਤੁਸੀਂ ਆਪ ਸੋਚੋ ਕਿ ਉਹ ਕਿਹੜੇ ਲੈਵਲ ਤੇ ਅੰਡਰਗਰਾਉਂਡ ਪਾਣੀ ਦੇ ਵਿੱਚ ਯੂਰੇਨੀਅਮ ਘੁਲ ਗਿਆ। ਫਿਰ ਉਸ ਤੋਂ ਬਾਅਦ ਜੇ ਆਪਾਂ ਗੱਲ ਕਰਦੇ ਮਾਝੇ ਏਰੀਏ ਦੀ, ਤੇ ਮਾਝੇ ਏਰੀਏ 'ਚ ਵੀ ਓਵਰ ਐਕਸਟ੍ਰੈਕਸ਼ਨ ਕਰਕੇ ਸਾਰੇ ਏਰੀਏ 'ਚ ਆਰਸੈਨਿਕ ਫੈਲ ਗਿਆ। ਹੁਣ ਆਰਸੈਨਿਕ ਜਿਹੜਾ ਉਹ ਕਿਤੋਂ ਬਾਹਰੋਂ ਨਹੀਂ ਆਇਆ। ਠੀਕ ਆ, ਉਹ ਕੁਛ ਜਿੱਦਾਂ ਫੈਕਟਰੀਜ਼ ਵੀ ਡੰਪ ਕਰਦੀਆਂ ਨੇ ਪਾਣੀ, ਪਰ ਉਹਦਾ ਵੀ ਰੀਜ਼ਨ ਇਹ ਹੈ ਕਿ ਇੱਕ ਨੋਰਮਲ ਚੀਜ਼ ਆ ਨਾ, ਸਾਡੇ ਕੋਲ ਬਹੁਤ ਸਾਰਾ ਪਾਣੀ ਹੋਵੇ, ਆਪਾਂ ਪਾਣੀ ਕੱਢੀ ਜਾਈਏ ਤੇ ਜਿੰਨਾ ਉਹਦੇ ਵਿੱਚ ਮਿਨਰਲ ਕੰਟੈਂਟ ਉਹ ਗਾੜਾ ਹੋ ਜਾਏਗਾ। ਸੋ ਇਹ ਰੀਜ਼ਨ ਆ। ਸੋ ਦੂਸਰੇ ਨੰਬਰ ਦਾ ਰੀਜ਼ਨ ਹੈ ਆ ਕਿ ਇਹ ਤੇ ਸੀਗਾ ਅੰਡਰਗਰਾਉਂਡ ਵਾਟਰ ਕੁਆਲਿਟੀ ਦੇ ਰਿਲੇਟਡ। ਦੂਸਰੇ ਨੰਬਰ ਤੇ ਰੀਜ਼ਨ ਸੀਗਾ ਕਿ ਇੱਕ ਅਲੱਗ ਤਰੀਕੇ ਦਾ ਟੈਂਪਰੇਚਰ ਮੈਜਰ ਕੀਤਾ ਜਾਂਦਾ ਪਿਛਲੇ ਕੁਝ 7-8 ਸਾਲਾਂ ਤੋਂ ਸਾਇੰਟਿਸਟ ਦੁਆਰਾ। ਉਹਨੂੰ ਵੈਟ ਬਲਬ ਟੈਂਪਰੇਚਰ ਬੋਲਦੇ ਆ। ਉਹ ਟੈਂਪਰੇਚਰ ਜਿਹੜਾ ਵਾ ਤਾਪਮਾਨ ਤੇ ਹਿਊਮਸ ਨੂੰ ਮਿਲਾ ਕੇ ਮੈਜਰ ਕੀਤਾ ਜਾਂਦਾ। ਵੈਸੇ ਹੋਰ ਵੀ ਫੈਕਟਰ ਆ, ਉਹਦੇ ਯੂਵੀ ਰੇਡੀਏਸ਼ਨ ਆ, ਜਾਂ ਵਿੰਡ ਆ, ਜਾਂ ਹੋਰ ਹੈ। ਸੋ ਉਹ ਇੱਕ ਇੱਦਾਂ ਦਾ ਟੈਂਪਰੇਚਰ ਆ ਕਿ ਬਹੁਤ ਜ਼ਿਆਦਾ ਖਤਰਨਾਕ। ਜਿਵੇਂ ਤੁਸੀਂ ਪਿਛਲੇ 2-3 ਦਿਨ ਪਹਿਲਾਂ ਆਪਣੀ ਗਰਮੀ ਪਈ ਪੰਜਾਬ ਦੇ ਵਿੱਚ, ਤੁਸੀਂ ਪੰਜਾਬ ਫੋਨ ਕਰਕੇ ਪੁੱਛ ਰਹੇ ਹੋ ਕਿ ਗਰਮੀ ਕਿੱਦਾਂ ਦੀ ਸੀਗੀ। ਗਰਮੀ ਇੱਦਾਂ ਦੀ ਸੀ ਕਿ ਇੰਨਾ ਜ਼ਿਆਦਾ ਪਸੀਨਾ
ਤੇ ਜਦੋਂ ਤੁਸੀਂ ਐਪਲੀਕੇਸ਼ਨ ਤੇ ਦੇਖਦੇ ਸੀਗੇ 37 ਡਿਗਰੀ ਟੈਂਪਰੇਚਰ ਤੇ ਥੱਲੇ ਲਿਖਿਆ ਹੁੰਦਾ ਫੀਲ ਲਾਈਕ 49 ਡਿਗਰੀ ਜਾਂ 47 ਡਿਗਰੀ। ਸੋ ਇਹਦਾ ਇੱਕ ਕਾਰਨ ਸੀਗਾ ਕਿ ਜਦੋਂ ਹਿਊਮਿਡਿਟੀ ਤੇ ਟੈਂਪਰੇਚਰ ਦੋਵੇਂ ਮਿਲ ਜਾਂਦੇ ਆ ਤੇ ਹਿਊਮਿਡਿਟੀ ਕੀ ਕਰਦੀ ਹੈ, ਟੈਂਪਰੇਚਰ ਨੂੰ ਵਧਾਉਂਦੀ ਹੈ। ਟੈਂਪਰੇਚਰ ਚਾਹੇ ਤੁਹਾਨੂੰ 37 ਡਿਗਰੀ ਲੱਗਦਾ, ਪਰ ਤੁਹਾਡੇ ਸਰੀਰ ਨੂੰ ਜਿਹੜਾ ਮਹਿਸੂਸ ਹੋ ਰਿਹਾ ਟੈਂਪਰੇਚਰ ਆ ਉਹ ਬਹੁਤ ਜ਼ਿਆਦਾ, ਜੀ ਉਹ ਬਹੁਤ ਜ਼ਿਆਦਾ ਟੈਂਪਰੇਚਰ ਆ। ਸੋ ਉਹਦਾ ਇੱਕ ਇਹ ਰਿਹਾ ਕਿ ਵੈਟ ਬਲਬ ਟੈਂਪਰੇਚਰ ਕਰਕੇ ਇਹਦਾ ਵੀ ਜਿਹੜਾ ਸਾਇੰਟਿਸਟਾਂ ਵੱਲੋਂ ਜਾਂ ਮਾਹਰਾਂ ਵੱਲੋਂ ਇਹ ਕਿਹਾ ਜਾਂਦਾ ਕਿ ਜੇ ਉਹ ਟੈਂਪਰੇਚਰ 35 ਡਿਗਰੀ ਤੋਂ ਜ਼ਿਆਦਾ ਹੋ ਜੇ ਤੇ ਉਹਦੇ ਨਾਲ ਬੰਦੇ ਦੀ ਮੌਤ ਵੀ ਹੋ ਸਕਦੀ ਹੈ। ਸੋ ਅੱਜ ਜਦੋਂ ਆਪਾਂ ਲੋਕਾਂ ਨੂੰ ਗੱਲ ਦੱਸਦੇ, ਲੋਕੀ ਸਾਡੇ ਤੇ ਯਕੀਨ ਨਹੀਂ ਕਰਦੇ, ਕਹਿੰਦੇ ਕਿ ਤੁਸੀਂ ਝੂਠ ਬੋਲਦੇ ਜੀ। ਮੈਂ ਵੀ ਤੁਸੀਂ ਅਖਬਾਰਾਂ ਦੇਖ ਲਓ, ਤੁਸੀਂ ਰਿਸਰਚ ਰਿਪੋਰਟਾਂ ਦੇਖ ਲਓ, ਤੁਸੀਂ ਸਾਰਾ ਕੁਝ ਦੇਖ ਸਕਦੇ ਹੋ ਨਾ। ਸੋ ਇਹ ਜਿਹੜਾ ਰੀਜ਼ਨ ਜਿਹੜਾ ਤੁਸੀਂ ਇੱਕ ਦੱਸਿਆ ਵੀ ਜਿਹੜੇ ਕਣਕ ਦਾ ਝਾੜ ਘਟੇ ਹਨ, ਪਿਛਲੇ 7-8 ਸਾਲਾਂ ਤੋਂ ਲਗਾਤਾਰ ਜਿਹੜੇ ਸਾਇੰਟਿਸਟ ਨੇ ਜਾਂ ਮਾਹਰ ਨੇ ਉਹ ਕਹਿ ਰਹੇ ਨੇ ਕਿ ਜੇ ਸਭ ਤੋਂ ਜ਼ਿਆਦਾ ਕਲਾਈਮੇਟ ਚੇਂਜ ਦਾ ਅਸਰ ਹੋਊਗਾ ਤੇ ਸਾਊਥ ਏਸ਼ੀਆ 'ਚ ਹੋਊਗਾ। ਉਹਦੇ ਵਿੱਚ ਪਾਕਿਸਤਾਨ ਵਾਲਾ ਪੰਜਾਬ ਵੀ ਆ ਜਾਏਗਾ, ਸਾਡੇ ਵਾਲਾ ਪੰਜਾਬ ਵੀ ਆ ਜਾਏਗਾ ਜਾਂ ਇੰਡੀਆ ਵੀ ਆ ਜਾਏਗਾ। ਸੋ ਤੀਸਰਾ ਜਿਹੜਾ ਰੀਜ਼ਨ ਜਿਹੜਾ ਆਪਣੇ ਤੇ ਪ੍ਰਭਾਵ ਪਿਆ ਝੋਨੇ ਕਰਕੇ, ਉਹ ਇਹ ਪਿਆ ਕਿ ਜਿਵੇਂ ਤੁਸੀਂ ਦੇਖੋ ਕਿ ਟੋਟਲ 1 ਕਰੋੜ ਤੇ 2-3 ਲੱਖ ਕਿੱਲਾ ਹੈ ਜਿਹਦੇ ਵਿੱਚ ਜਿਹੜਾ ਟੋਟਲ ਕਲਟੀਏਬਲ ਆ, ਜਿਹਦੇ ਵਿੱਚ ਫਸਲ ਆਪਾਂ ਖਾ ਸਕਦੇ ਹਾਂ, ਉਹਦੇ ਵਿੱਚੋਂ 76 ਲੱਖ ਏਕੜ ਦੇ ਵਿੱਚ ਝੋਨਾ ਲੱਗਦਾ ਹਰ ਸਾਲ। ਹੁਣ ਜਦੋਂ ਆਪਾਂ ਇੰਨੇ ਵੱਡੇ ਲੈਵਲ ਤੇ ਇੱਕ ਆਰਟੀਫਿਸ਼ੀਅਲ ਝੀਲ ਬਣਾ ਦਿੰਦੇ ਆ ਤੇ ਉਹਦੇ ਕਾਰਨ ਉਹ ਜਿਹੜੀ ਵੈਪੋਰੇਸ਼ਨ ਹੁੰਦੀ ਆ, ਜਿਹੜੀ ਵਾਸ਼ਪੀਕਰਨ ਹੁੰਦਾ, ਉਹਦੇ ਨਾਲ ਹਿਊਮਿਡਿਟੀ ਬਹੁਤ ਜ਼ਿਆਦਾ ਵੱਧ ਜਾਂਦੀ। ਜਿਹੜਾ ਰਾਤ ਦਾ ਟੈਂਪਰੇਚਰ ਆ ਉਹ ਵੀ ਵੱਧ ਜਾਂਦਾ, ਕਿਉਂਕਿ ਪਾਣੀ ਦੀ ਇੱਕ ਖੂਬੀ ਆ ਕਿ ਪਾਣੀ ਜਿਹੜਾ ਜਲਦੀ ਨਾ ਤੇ ਹੀਟ ਹੁੰਦਾ ਵਾ ਤੇ ਨਾ ਹੀ ਜਲਦੀ ਠੰਡਾ ਹੁੰਦਾ, ਜਿਹਦੇ ਕਰਕੇ ਜਿਹੜਾ ਰਾਤਾਂ ਦਾ ਟੈਂਪਰੇਚਰ ਉਹ ਵੀ ਵੱਧ ਗਿਆ। ਤੀਸਰਾ ਇੱਕ ਹੋਰ ਇਹਦਾ ਈਕੋਸਿਸਟਮ ਦੇ ਉੱਤੇ ਜਿਹੜਾ ਫਰਕ ਪਿਆ, ਜਿਹੜੇ ਸਨਸ਼ਾਈਨ ਆਰ ਜਿਹੜੇ ਹੁੰਦੇ ਆ ਉਹ ਵੀ ਜੇ ਤੁਸੀਂ ਰਿਪੋਰਟ ਦੇਖ ਲਓ, ਜੁਲਾਈ ਤੋਂ ਅਗਸਤ ਦੇ ਸਨਸ਼ਾਈਨ ਆਵਰ ਬਹੁਤ ਜ਼ਿਆਦਾ ਘਟ ਜਾਂਦੇ ਆ। ਉਹਦਾ ਇਹੀ ਕਾਰਨ ਆ ਕਿ ਬਹੁਤ ਜ਼ਿਆਦਾ ਵੈਪੋਰੇਸ਼ਨ ਹੋਣ ਦੇ ਨਾਲ ਜਿਹੜਾ ਉਹ ਇੱਕ ਧੁੰਦ ਜੀ ਬਣ ਜਾਂਦੀ ਹੈ, ਧੁੱਪ ਪੂਰੀ ਨਹੀਂ ਪੈਂਦੀ। ਸੋ ਫੰਗਸ ਦੇ ਰੋਗ ਲੱਗਣੇ ਸ਼ੁਰੂ ਹੋ ਗਏ ਬੰਦਿਆਂ ਨੂੰ ਵੀ, ਪਸ਼ੂਆਂ ਨੂੰ ਵੀ, ਰੈਸਪੀਰੇਟਰੀ ਸਾਹ ਦੀ ਪ੍ਰੋਬਲਮ ਹੋਣੀ ਸ਼ੁਰੂ ਹੋ ਗਈ। ਸੋ ਇਸ ਤਰੀਕੇ ਦੇ ਨਾਲ ਜਿਹੜੇ ਇਹ ਮੋਟੀਆਂ 5-6 ਚੀਜ਼ਾਂ ਹੈਗੀਆਂ ਨੇ ਜਿਹੜੀਆਂ ਬਹੁਤ ਜ਼ਿਆਦਾ ਸੀਰੀਅਸ ਨੇ ਤੇ ਜਿਨ੍ਹਾਂ ਦੇ ਪੂਰੇ ਸਾਇੰਟੀਫਿਕ ਪ੍ਰਮਾਣ ਵੀ ਹੈਗੇ ਨੇ, ਕੁਝ ਸਾਨੂੰ ਦਿਖ ਵੀ ਰਹੀਆਂ ਨੇ। ਸੋ ਇਹਦਾ ਇੱਕ ਕਾਰਨ ਇਹ ਵੀ ਆ ਕਿ ਜਿਵੇਂ ਆਪਾਂ ਕੋਈ ਫਸਲ ਆ ਨਾ, ਉਹ ਆਪਾਂ ਬਹੁਤ ਤਾਦਾਦ ਦੇ ਵਿੱਚ ਲਾ ਰਹੇ ਹਾਂ। ਮੰਨ ਲਓ ਕਿ ਤੁਸੀਂ 90% ਇੱਕ ਡਿਸਟ੍ਰਿਕਟ ਦੇ ਵਿੱਚ 95% ਵੀ ਹੈ, ਮੈਂ ਕਿਹਾ ਸੰਗਰੂਰ ਏਰੀਆ ਜਿਹਦੇ ਵਿੱਚ 95% ਝੋਨਾ ਲੱਗ ਰਿਹਾ। ਜਦੋਂ 95% ਝੋਨਾ ਜਿਹੜਾ ਲਾਓਗੇ, ਉਹਨੂੰ ਵੱਢੋਗੇ, ਪਹਿਲਾਂ ਮੈਨੂੰ ਪਾਣੀ ਦਿਓਗੇ, ਇੰਨਾ ਚਿਰ ਮਹੀਨਾ ਕਿ ਪਾਣੀ ਦੇਣ, ਉਸ ਤੋਂ ਬਾਅਦ ਜਦੋਂ ਪੱਕ ਕੇ ਉਹਦੀ ਪਰਾਲੀ ਬਣ ਜਾਂਦੀ, ਜਦੋਂ ਤੁਸੀਂ ਇਹਨੂੰ ਅੱਗ ਲਾਓਗੇ ਤੇ ਤੁਸੀਂ ਆਪ ਸੋਚੋ ਕਿ ਉਹ ਕੀ ਹਾਲ ਕਰੇਗਾ। ਗੱਲ ਇਹ ਨਹੀਂ ਹੈ ਕਿ ਝੋਨੇ ਨੂੰ ਅੱਗ ਕਿਉਂ ਲੱਗ ਰਹੀ ਜਾਂ ਪਰਾਲੀ ਨੂੰ ਅੱਗ ਲੱਗ ਰਹੀ ਆ, ਗੱਲ ਇਹ ਆ ਕਿ ਉਹਦੀ ਕੁਆਂਟੀਟੀ ਬਹੁਤ ਜ਼ਿਆਦਾ, ਕੁਆਂਟੀਟੀ ਓਵਰਆਲ 75% ਆ, ਪਰਟੀਕੂਲਰ ਮਾਲਵੇ ਏਰੀਏ 'ਚ ਤੇ ਸਾਰੇ 90% ਦੇ ਤਕਰੀਬਨ। ਉੱਥੇ ਜਿਹੜੇ ਹੱਲਾਂ ਦੀ ਆਪਾਂ ਗੱਲ ਕਰਦੇ ਆ, ਉਹ ਜੇ ਹੱਲ ਆਪਾਂ ਨਹੀਂ ਕਰਾਂਗੇ ਤੇ 5-7 ਸਾਲਾਂ 'ਚ ਪੰਜਾਬ ਦੇ ਵਿੱਚ ਰਹਿਣਾ ਵੀ ਮੁਸ਼ਕਲ ਹੋ ਜਾਏਗਾ, ਫਿਰ ਵਾਕਈ ਸਾਨੂੰ ਭੱਜਣਾ ਪੈਣਾ। ਜੀ ਬਹੁਤ ਬਹੁਤ ਸ਼ੁਕਰੀਆ। ਤੇ ਅੱਜ ਦੀ ਚਰਚਾ ਬਾਰੇ ਆਪਣਾ ਸਮਾਂ ਹੋਰ ਇਜਾਜ਼ਤ ਨਹੀਂ ਦਿੰਦਾ। ਉਮੀਦ ਕਰਦਾ ਸਾਡਾ ਅੱਜ ਦਾ ਜਿਹੜਾ ਮਕਸਦ ਸੀਗਾ, ਇਹ ਕੁਝ ਜਾਣਕਾਰੀ ਸਾਡੇ ਸਰੋਤਿਆਂ ਤੱਕ, ਸਾਡੇ ਕਿਸਾਨ ਭਰਾਵਾਂ ਤੱਕ ਪਹੁੰਚਾਉਣ ਦਾ ਸੀਗਾ ਵੀ ਕੀ ਹਾਲਾਤ ਨੇ, ਕੀ ਤਾਣਾ ਬਾਣਾ ਜਿਹੜਾ ਅੱਜ ਖੇਤੀਬਾੜੀ ਦਾ ਚੱਲ ਰਿਹਾ, ਸਾਡੇ ਵਾਤਾਵਰਨ ਨਾਲ ਜੁੜ ਰਿਹਾ। ਜੀ ਬਿਲਕੁਲ। ਤਾਂ ਜਿਵੇਂ ਤੁਸੀਂ ਬਾਣੀ ਦੀ ਗੱਲ ਕੀਤੀ, ਤਾਂ ਅਸੀਂ ਤਾਂ ਉਸ ਫਲਸਫੇ ਨੂੰ ਮੰਨਣ ਵਾਲੇ ਲੋਕ ਆ, ਉਹ ਸਮਾਜ ਦੇ ਵਿੱਚੋਂ ਆ ਜਿਹੜਾ ਮੰਨਦਾ ਵੀ ਪਵਨ ਗੁਰੂ, ਪਾਣੀ ਪਿਤਾ ਤੇ ਮਾਤਾ ਧਰਤ ਮਹਤ। ਤਾਂ ਬਿਲਕੁਲ ਆਪਣੇ ਇਨਸਾਨ ਨੂੰ, ਆਪਣੀ ਸਾਡੇ ਸਮਾਜ ਨੂੰ ਆਪਣੀ ਬਿਰਤੀ ਛੱਡ ਕੇ, ਆਪਣੇ ਸਵਾਰਥ ਪੁਣੇ ਨੂੰ ਛੱਡ ਕੇ ਉਸ ਕੁਦਰਤ ਦੀ ਰਿਸਪੈਕਟ, ਉਸ ਨੂੰ ਪਿਆਰ ਕਰਨਾ ਚਾਹੀਦਾ। ਕਿਉਂਕਿ ਜਦੋਂ ਸਾਡਾ ਆਲਾ ਦੁਆਲਾ ਸੋਹਣਾ ਹੋਊਗਾ ਤਾਂ ਪੋਜ਼ਿਟਿਵਿਟੀ ਵੀ ਹੋਊਗੀ, ਤਾਂ ਊਰਜਾ ਵੀ ਇੱਕ ਵੱਖਰੀ ਹੋਊਗੀ, ਤਾਂ ਉੱਥੇ ਤਰੱਕੀ ਤੇ ਉੱਨਤੀ ਵੀ ਹੋਊਗੀ। ਤਾਂ ਅੱਜ ਦੇ ਲਈ ਇਹੀ ਮੈਸੇਜ ਸੀਗਾ ਸਾਡਾ। ਉਮੀਦ ਕਰਦਾ ਅੱਜ ਦੀ ਜਾਣਕਾਰੀ ਜਿਹੜੀ ਤੁਹਾਨੂੰ ਸਾਡੀ ਵਧੀਆ ਲੱਗੀ ਹੋਊਗੀ। ਤਾਂ ਮੈਂ ਇੱਕ ਮੈਸੇਜ ਅੰਤ ਦੇ ਵਿੱਚ ਆਪਣੇ ਵੱਲੋਂ ਦੇਣਾ ਚਾਹੁੰਦਾ, ਜਿਹੜੇ ਸਾਡੇ ਇਹ ਸਮਾਜਿਕ ਚਿੰਤਕ ਜਿਵੇਂ ਬਾਈ ਜੀਓਨ ਨੇ, ਤਾਂ ਇਸ ਤੋਂ ਪਹਿਲਾਂ ਵੀ ਆਪਾਂ
ਪ੍ਰੋਫੈਸਰ ਹਰਬੀਰ ਕੌਰ ਤੇ ਸੁਖਜੀਤ ਸਿੰਘ ਜੀ ਨਾਲ ਵੀ ਪ੍ਰੋਗਰਾਮ ਕੀਤੇ ਸੀਗੇ। ਤਾਂ ਮੈਂ ਦੱਸਣਾ ਚਾਹੁੰਦਾ ਵੀ ਇਹ ਅਦਾਰਾ ਐਗਰੀਕਲਚਰ ਅਵੇਅਰਨੈਸ ਸੈਂਟਰ ਹੈ, ਇਹ ਜਲ ਸੰਬੰਧੀ ਗੋਸ਼ਟੀਆਂ, ਵਾਤਾਵਰਨ ਸੰਬੰਧੀ ਗੋਸ਼ਟੀਆਂ ਵੀ ਜਿਹੜਿਆਂ ਨੇ ਲਾਉਂਦੇ ਨੇ, ਤੇ ਇਹ ਫੁਲਵਾੜੀਆਂ ਪ੍ਰਤੀ ਵੀ ਤੁਹਾਨੂੰ ਇਨਫੋਰਮੇਸ਼ਨ ਦੇ ਕੇ ਉਹਦੇ ਵਿੱਚ ਵੀ ਅਗਰ ਲਵਾਉਣੀ ਚਾਹੁੰਦੇ, ਕੋਈ ਪਿੰਡ ਲਵਾਉਣਾ ਚਾਹੁੰਦਾ, ਕੋਈ ਪਿੰਡ ਦੀ ਪੰਚਾਇਤ ਲਵਾਉਣਾ ਚਾਹੁੰਦੀ ਹੈ, ਤਾਂ ਉਹਦੇ ਵਿੱਚ ਵੀ ਇਹ ਬਾਖੂਬੀ ਇੱਕ ਮਦਦ ਕਰਦੇ ਨੇ। ਤਾਂ ਗੋਸ਼ਟੀਆਂ ਦੇ ਲਈ ਕੋਈ ਵੀ ਕਿਸਾਨ, ਕੋਈ ਨੌਜਵਾਨ ਇਕੱਠੇ ਹੋ ਕੇ ਆਪਣੇ ਆਲੇ ਦੁਆਲੇ ਦੇ 2-4 ਪਿੰਡਾਂ ਦੇ ਕਿਸਾਨਾਂ ਨੂੰ ਇਕੱਠਾ ਕਰਕੇ ਉਹ ਇੱਕ ਪ੍ਰੋਗਰਾਮ ਲਿਖ ਸਕਦੇ ਨੇ। ਤਾਂ ਇਹ ਮਾਹਰ ਆ ਕੇ ਉੱਥੇ ਉਹਨਾਂ ਨੂੰ ਵੱਖ-ਵੱਖ ਤਰ੍ਹਾਂ ਦੀਆਂ ਜਿਹੜੀਆਂ ਜਾਣਕਾਰੀਆਂ ਨੇ ਉਹ ਪ੍ਰੋਵਾਈਡ ਕਰ ਸਕਦੇ ਨੇ। ਤਾਂ ਬਹੁਤ-ਬਹੁਤ ਸ਼ੁਕਰੀਆ ਮਲਕੀਤ ਸਿੰਘ ਜੀ ਤੇ ਸੁਖਦੇਵ ਸਿੰਘ ਜੀ ਤੁਹਾਡਾ ਅੱਜ ਦੇ ਲਈ ਸਮਾਂ ਦੇਣ ਲਈ। ਤਾਂ ਮੈਂ ਅੱਜ ਆਪਣੇ ਸਰੋਤਿਆਂ ਤੋਂ ਇਸੇ ਤੇ ਹੀ ਸਮਾਪਤ ਕਰਕੇ ਇਜਾਜ਼ਤ ਲੈਣਾ। ਤਾਂ ਮਿਲਦੇ ਹਾਂ ਜੀ ਅਗਲੇ ਹਫ਼ਤੇ ਫਿਰ ਇਸੇ ਸਮੇਂ ਤੁਹਾਡੇ ਆਪਣੇ ਪ੍ਰੋਗਰਾਮ ਲੋਕਾਂ ਦੀ ਕਚਹਿਰੀ ਵਿੱਚ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਵਾਹਿਗੁਰੂ। Subscribe now and press the bell icon. Never miss an update.